ਕਿ ਸਾਡੇ ਜਿਹੜੇ ਸਟਰੋਂਗ ਲੀਡਰਸ ਨੇ ਉਹਨਾਂ ਦਾ ਪਹਿਲਾ ਨਿਸ਼ਾਨਾ ਇੰਸਟੀਟਿਊਸ਼ਨਸ ਦੀ ਤਬਾਹੀ ਰਿਹਾ। ਕੁਦਰਤੀ ਚੀਜ਼ਾਂ ਨੂੰ ਵੀ ਦੇਖੋ, ਬਾਂਦਰਾਂ ਦਾ ਗਰੁੱਪ ਆ, ਏਪਸ ਦਾ ਗਰੁੱਪ ਆ, ਹੋਰਾਂ ਲੀਡਰ ਤੇ ਇੱਕ ਹੁੰਦਾ ਉਹਨਾਂ ਦਾ ਜਿਹਨੇ ਸਾਰੀ ਕਾਰਵਾਈ ਸਾਰੀ ਪਲੈਨਿੰਗ ਦੱਸਣੀ ਹੁੰਦੀ ਆ। ਜੇ ਤੁਸੀਂ ਉਹ ਲੀਡਰ ਨੂੰ ਸਾਈਡ ਤੇ ਕਰ ਦੋਗੇ, ਇਕੱਲੀ ਆਵਾਮ ਰਹਿ ਜਾਏਗੀ, ਤਾਂ ਉਹ ਹੌਚ-ਪੌਚ ਹੋਣ ਦੇ ਮੈਨੂੰ ਲੱਗਦਾ ਵੀ ਚਾਂਸਸ ਵੱਧ ਜਾਂਦੇ। ਪਿੱਛੇ ਜੇ ਇੱਕ ਮਲਵਿੰਦਰ ਵੜੈਚ ਹੋਰਾਂ ਨੇ ਇੱਕ ਦਿਨ ਇੱਕ ਚਿੱਠੀ ਕਾਪੀ ਕਰਕੇ ਦਿਖਾਈ, ਉਹਦੇ ਵਿੱਚ ਇੱਕ ਕੋਈ ਕਰੀਮ ਖਾਨ ਨਾਮ ਦੇ ਇੱਕ ਮੁੰਡੇ ਦੀ ਚਿੱਠੀ ਆ, ਸਾਡੀ ਜਿਹੜੀ ਫਾਂਸੀ ਆ ਉਹ ਤੈਅ ਹੋ ਗਈ ਆ, ਇੱਥੋਂ ਹੀ ਸ਼ੁਰੂ ਕਰਦਾ ਉਹ 4 ਲਾਈਨਾਂ ਨੇ ਉਹਦੇ ਵਿੱਚ ਵੀ ਬੇਬੇ ਮੈਨੂੰ ਪਤਾ ਵੀ ਇੱਥੇ ਭਗਤ ਸਿੰਘ ਹੋਰਾਂ ਦਾ ਨਾਂ ਹੋਏਗਾ ਤੇ ਸਾਨੂੰ ਪੁੱਛਿਆ ਤੱਕ ਨਹੀਂ ਜਾਏਗਾ। ਉੱਦਾਂ ਸਾਰਾ ਸੁੱਖ ਸੀ। ਬੀਜੇਪੀ ਵੀ ਚਾਹੇ ਹਿੰਦੂਤਵੀ ਵਿਚਾਰਧਾਰਾ ਸੀ, ਪਹਿਲਾਂ ਪਾਰਟੀ ਹੈ ਹੀ ਨਹੀਂ ਸੀ, ਹੈ ਨਾ। ਆਰਐਸਐਸ ਸੀ, ਉਹਦੇ ਚੋਂ ਜਨਸੰਘ ਬਣਦਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ 1951 ਚ ਬਣਾਉਂਦਾ, ਉਦੋਂ ਪਹਿਲਾਂ ਤਾਂ ਨਹੀਂ ਸੀ। ਤੇ ਹੁਣ ਇੱਕ ਨਰਿੰਦਰ ਮੋਦੀ ਉਹ ਦਿਖਾਈ ਦੇ ਰਿਹਾ ਐਜ ਇੱਕ ਪਰਸਨੈਲਿਟੀ, ਉਹ ਤੋਂ ਬਿਨਾਂ ਪਤਾ ਨਹੀਂ ਹਿਲਦਾ ਬੀਜੇਪੀ ਦੇ ਵਿੱਚ। ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਅਸੀਂ ਵਿਚਾਰਕ ਨੂੰ ਮੱਠਾਧੀਸ਼ ਬਣਾ ਦਿੰਦੇ ਹਾਂ, ਮੈਨੂੰ ਇਹ ਲੱਗਦਾ। ਇਸ ਦੇਸ਼ ਦੇ ਵਿੱਚ ਕਿੰਨੇ % ਲੋਕੀ ਮਹਾਤਮਾ ਗਾਂਧੀ ਵੇਖਣ ਨੂੰ ਕਿਹੋ ਜਿਹਾ ਲੱਗਦਾ ਹੈ ਇਹ ਨਹੀਂ ਸਨ ਜਾਣਦੇ, ਪਰ ਉਹਦੀ ਕਾਲ ਦੇ ਉੱਤੇ ਦੇਸ਼ ਬੰਦ ਹੋ ਜਾਂਦਾ ਸੀ, ਲੋਕ ਤਾਮੀਰੀ ਕੰਮ ਕਰਨ ਸੜਕਾਂ ਤੇ ਨਿਕਲ ਪੈਂਦੇ ਸੀ। ਪੱਤਰਕਾਰਾਂ ਦੀ ਪ੍ਰੈਸ ਕਲੱਬ ਦੀ ਇਲੈਕਸ਼ਨ ਹੈ, ਇੱਕ ਵੀ ਫਰਕ ਦਿਖਾਓ ਕੁਆਲਿਟੀ ਦੇ ਵਿੱਚ ਨਹੀਂ ਹੈਗਾ। ਵਕੀਲਾਂ ਦੀ ਬਾਹਰ ਦੇ ਵਿੱਚ ਇਲੈਕਸ਼ਨ ਹੈ, ਉਹੀ ਸ਼ਰਾਬਬਾਜੀ, ਉਹੀ ਨਸ਼ੇਬਾਜੀ, ਉਹੀ ਸਪਾਂਸਰਸ਼ਿਪ, ਉਹੀ ਝੂਠ, ਉਹੀ ਬਲੇਮਬਾਜੀ। ਤਾਂ ਪੜ੍ਹਿਆ ਲਿਖੀ ਕਲਾਸ ਕੋਈ ਅਲੱਗ ਕਰੈਕਟਰ ਦਾ ਵੈਲਿਊ ਸਿਸਟਮ ਤਾਂ ਸਿਰਜੇ ਮਾੜੀ ਮੋਟੀ। ਆਮ ਤੌਰ ਤੇ ਰਾਜਨੀਤੀ ਦੇ ਵਿੱਚ ਇਹ ਜ਼ਿਆਦਾ ਪ੍ਰਚਲਿਤ ਹੈ ਕਿ ਪਰਿਵਾਰ ਦੀ ਰਾਜਨੀਤੀ ਹੋ ਗਈ ਜੀ, ਬੰਦੇ ਦੀ ਉਹ ਇੱਕ ਬੰਦੇ ਦੇ ਇਰਦ ਗਿਰਦ ਸਾਰੀ ਰਾਜਨੀਤੀ ਘੁੰਮਣ ਲੱਗ ਗਈ। ਤਾਂ ਐਡਾ ਵੱਡਾ ਸੰਗਠਨ ਕੀ ਕਰਦਾ ਹੈ, ਪਹਿਲਾਂ ਚਾਹੇ ਅਸੀਂ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਹਾਂ, ਜਮਹੂਰੀਅਤ ਦੇ ਤਰੀਕੇ ਨਾਲ ਫੈਸਲੇ ਹੋਣਗੇ, ਮੈਨੀਫੈਸਟੋ ਹੁੰਦੇ ਨੇ, ਕਮੇਟੀਆਂ ਬਣੀਆਂ ਹੁੰਦੀਆਂ ਨੇ, ਆ ਵੱਖ-ਵੱਖ ਚ ਇਜਲਾਸ ਹੋਣਗੇ, ਇਜਲਾਸਾਂ ਚ ਗੱਲ ਹੋਏਗੀ, ਪਰ ਬਾਰ-ਬਾਰ ਇਲਜ਼ਾਮ ਫੇਰ ਆ ਕੇ ਉੱਥੇ ਹੀ ਖੜਾ ਹੋ ਜਾਂਦਾ ਜਾ ਕੇ ਨਾ ਵੀ ਇਹ ਤਾਂ ਜੀ ਇੱਕ ਬੰਦੇ ਦੀ ਪਾਰਟੀ ਬਣੀ। ਚੀਜ਼ਾਂ ਤੇ ਨਿਚੋੜ ਕੱਢ ਦਿੰਨੇ ਨਾ ਅਸੀਂ ਵੀ ਸਾਰੇ ਸੋਚਣ ਤੇ ਬੋਲਣ ਦੇ ਸਾਰੇ ਬੌਧਿਕ ਤੇ ਮੌਲਿਕ ਅਧਿਕਾਰ ਅਸੀਂ ਪ੍ਰਧਾਨ ਜੀ ਨੂੰ ਗਿਰਵੀ ਰੱਖ ਦਿੱਤੇ ਨੇ, ਫਿਰ ਪ੍ਰਧਾਨ ਜੀ ਹੀ ਪਾਰਟੀ ਬਣ ਜਾਂਦੇ ਨੇ, ਪਾਰਟੀ ਪ੍ਰਧਾਨ ਜੀ ਬਣ ਜਾਂਦੀ ਹੈ। ਇੱਕ ਪ੍ਰੋਬਲਮ ਹੈ ਕਿ ਭਾਜੀ ਮੈਂ ਬਿਲਕੁਲ ਹੋਰ ਤਰ੍ਹਾਂ ਸੋਚਦਾ ਵੀ ਜੇ ਤੁਸੀਂ ਕੁਦਰਤੀ ਚੀਜ਼ਾਂ ਨੂੰ ਵੀ ਦੇਖੋ, ਬਾਂਦਰਾਂ ਦਾ ਗਰੁੱਪ ਆ, ਏਪਸ ਦਾ ਗਰੁੱਪ ਆ, ਹੋਰਾਂ ਲੀਡਰ ਤੇ ਇੱਕ ਹੁੰਦਾ ਉਹਨਾਂ ਦਾ ਜਿਹਨੇ ਸਾਰੀ ਕਾਰਵਾਈ ਸਾਰੀ ਪਲੈਨਿੰਗ ਦੱਸਣੀ ਹੁੰਦੀ ਆ। ਜੇ ਤੁਸੀਂ ਉਹ ਲੀਡਰ ਨੂੰ ਸਾਈਡ ਤੇ ਕਰ ਦੋਗੇ, ਇਕੱਲੀ ਆਵਾਮ ਰਹਿ ਜਾਏਗੀ, ਤਾਂ ਉਹ ਹੌਚ-ਪੌਚ ਹੋਣ ਦੇ ਮੈਨੂੰ ਲੱਗਦਾ ਵੀ ਚਾਂਸਸ ਵੱਧ ਜਾਂਦੇ ਹੁੰਦੇ ਨੇ। ਪਰ ਇਹ ਅਦਰ ਵੇ ਅਰਾਊਂਡ ਵੀ ਹੈ ਨਾ ਕਿ ਲੀਡਰ ਨੇ ਉਸ तमाम ਬॉटम्स ਅਪ ਅਪਰੋਚ ਲੈਣੀ ਹੈ ਕਿ ਜੋ ਥੱਲੇ ਚੀਜ਼ਾਂ ਚਾਹੀਦੀਆਂ ਨੇ, ਜਿਸ ਤਰੀਕੇ ਨਾਲ ਲੋਕਾਂ ਦੀ ਸੋਚ ਹੈ, ਸਮਾਜ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਨੂੰ ਜਾਣਾ ਚਾਹ ਰਿਹਾ, ਉਹਦੀ ਇੱਕ ਰੂਪ ਰੇਖਾ ਫਾਰਮੂਲੇਸ਼ਨ ਨਿਤਰਦੀ ਉੱਪਰ ਜਾ ਕੇ ਫਿਲਟਰ ਹੋ ਕੇ ਇੱਕ ਸਟਰਕਚਰਲ ਸ਼ੇਪ ਲੈਂਦੀ ਹੈ, ਜਿਹਨੂੰ ਲੀਡਰ ਜਿਹੜਾ ਆਰਟੀਕੂਲੇਟ ਕਰਦਾ ਹੈ। ਇੱਥੇ ਲੀਡਰ ਹੀ ਸੋਚ ਕੇ ਦੱਸਦਾ ਕਿ ਥੱਲੇ ਤੱਕ ਕੀ ਸੋਚਿਆ ਜਾਵੇਗਾ। ਨਾਲੇ ਥੋੜਾ ਜਿਹਾ ਜਿਹੜਾ ਕੁਦਰਤੀ ਤੌਰ ਤੇ ਤਰੀਕਾ ਹੈ ਨਾ, ਉਹਦੇ ਨਾਲ ਇੱਕ ਫਰਕ ਵੀ ਦਿਖਾਈ ਦਿੰਦਾ ਹੈ। ਮਨੁੱਖ ਨੂੰ ਇਹ ਵੀ ਮੰਨਿਆ ਜਾਂਦਾ ਕਿ ਉਹਦਾ ਬ੍ਰੇਨ ਡਿਵੈਲਪ ਹੋਇਆ, ਇਹ ਰੈਸ਼ਨਲ ਹੈ, ਇੰਟੈਲੈਕਚੁਅਲ ਦਾ ਸਫਰ ਹੈ, ਤੇ ਉਹ ਦੇਖ ਕੇ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ। ਪਰ ਤੁਸੀਂ ਇਹ ਚਾਹੁੰਦੇ ਹੋ ਵੀ ਇਹ ਵਿਚਾਰ ਕੇਂਦਰਿਤ ਹੋਵੇ ਚੀਜ਼, ਵਿਚਾਰਕ ਦਾ ਇਹਦੇ ਚ ਡਾਰਵੀਨੀਅਨ ਨਾ ਹੋਵੇ, ਸਰਵਾਈਵਲ ਆਫ ਦਾ ਫਿਟੈਸਟ ਨਾ ਹੋਵੇ। ਅਜੇ ਤਾਂ ਜੋ ਬਾਕੀ ਦੀ ਕੁਦਰਤ ਦੇ ਵਿੱਚ ਹੈ ਉਹੀ ਕੁਝ ਮਨੁੱਖਾਂ ਦੇ ਵਿੱਚ ਵੀ ਹੋ ਰਿਹਾ ਹੈ ਨਾ। ਪਰ ਮਨੁੱਖ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਇਹ ਸੋਸ਼ਲ ਬੀਇੰਗ ਆ, ਸਮਾਜਿਕ ਪ੍ਰਾਣੀ ਆ, ਤੇ ਫਿਰ ਸਮਾਜ ਨੂੰ ਤੁਸੀਂ ਕਿੱਦਾਂ ਜੁਦਾ ਕਰਦੇ ਹੋ? ਬੀਇੰਗ ਹੁੰਦਾ ਉਸੇ ਵੇਲੇ ਉਹਦਾ ਜਾਨਵਰਾਂ ਨਾਲੋਂ ਵਤਾਰ ਜਿਹੜਾ ਬਦਲਦਾ, ਨੋ ਡਾਊਟ ਡਿਫਰੈਂਟ ਹੋਵੇਗਾ। ਤੁਸੀਂ ਅਦਰਵਾਈਜ਼ ਸਾਰੇ ਸਮਾਜ ਦੇ ਸਮੂਹ ਦੀਆਂ ਸੋਚਾਂ ਲਈ ਜਗ੍ਹਾ ਪਲੇਟਫਾਰਮ ਕਿੱਥੇ ਬਣਾਓਗੇ? ਦੈਟ ਇਜ਼ ਦਾ ਆਮ ਤੌਰ ਤੇ ਅਸੀਂ ਕਿ ਮੰਨ ਨਹੀਂ ਲਿਆ ਜੋ ਅਸੀਂ ਲਿਖਦੇ ਹਾਂ, ਮੰਨ ਲਓ ਅਸੀਂ ਇਤਿਹਾਸ ਲਿਖਦੇ ਹਾਂ ਜੀ, ਜਾਂ ਅਸੀਂ ਬਾਕੀ ਚੀਜ਼ਾਂ ਲਿਖਦੇ ਹਾਂ, ਉੱਥੇ ਰਾਜਿਆਂ ਦੀਆਂ ਜਿੱਤਾਂ ਤੇ ਹਾਰਾਂ, ਲੀਡਰ ਦਾ, ਹੀਰੋ ਦਾ ਰੋਲ, ਜਾਂ ਉਹਦੀ ਜਿੱਤ ਤੇ ਹਾਰ ਚ ਵੀ ਹੀਰੋ ਨਹੀਂ ਮੰਨਦੇ ਅਸੀਂ ਜੇ ਹਾਰਿਆ। ਉਹ ਜਿਹੜੇ ਲੋਕ ਮੁਸ਼ੱਕਤ ਕਰਦੇ ਨੇ ਕਿ ਜਨਰਲ ਦੇ ਨਾਲ ਇੰਨੀ ਫੌਜ ਹੁੰਦੀ ਹੈ ਤੇ ਉਹ ਜਿਹਦੇ ਨਾਲ ਉਹ ਗੱਲ ਕਰ ਰਹੇ ਨੇ, ਉਹਦੀ ਭੂਮਿਕਾ ਸੀ ਮੈਨੂੰ ਲੱਗਦਾ ਕਿਤੇ ਸਾਡੇ ਉਹ ਰੈਸ਼ਨਲ ਤਰੀਕੇ ਨਾਲ ਵੀ ਲਿਖਣ ਤੋਂ ਵੀ ਅਸੀਂ ਨਹੀਂ ਉਹਨੂੰ ਸੰਸਥਾਗਤ ਰੂਪ ਵੀ ਨਹੀਂ ਦੇ ਪਾਏ। ਇਸੇ ਕਰਕੇ ਇਤਿਹਾਸਕਾਰੀ ਇੰਨੀ ਕੁਐਸਚਨ ਹੋਈ ਹੈ ਨਾ, ਜਿਹੜੀ ਪਿਛਲੀ ਸਾਰੀ ਇਤਿਹਾਸਕਾਰੀ ਸੀ ਉਹਦਾ ਕ੍ਰਿਟਿਸਿਜ਼ਮ ਵੀ ਵਡੇਰੇ ਤੌਰ ਤੇ ਉੱਤੇ ਇਹ ਆਇਆ ਸੀ ਕਿ ਇਹ ਦਰਅਸਲ ਲੋਕਾਂ ਦਾ, ਮਨੁੱਖਾਂ ਦਾ, ਦੇਸ਼ਾਂ ਦਾ ਇਤਿਹਾਸ ਹੀ ਨਹੀਂ ਹੈ,
ਇਹ ਦੇਸ਼ਾਂ ਉੱਤੇ ਰਾਜ ਕਰਨ ਵਾਲੇ ਰਾਜਿਆਂ ਦਾ, ਰਾਣੀਆਂ ਦਾ, ਵਜ਼ੀਰਾਂ ਦਾ, ਜਰਨੈਲਾਂ ਦਾ ਇਤਿਹਾਸ ਜਾਂ ਜੰਗਾਂ ਯੁੱਧਾਂ ਦਾ ਵੀ ਜੰਗਾਂ ਯੁੱਧਾਂ ਦਾ ਇਤਿਹਾਸ ਹੈ। ਇਸੇ ਕਰਕੇ ਪੀਪਲਸ ਹਿਸਟਰੀ ਦੀ ਇੱਕ ਅਲੱਗ ਪਰੰਪਰਾ ਚੱਲੀ, ਜਿਹੜੀਆਂ ਸਬਲਟਰਨ ਸਟੱਡੀਜ਼ ਸਟਾਰਟ ਹੋਈਆਂ ਹਿੰਦੁਸਤਾਨ ਦੇ ਵਿੱਚ, ਅਪਾਰਥਾ ਚੈਟਰਜੀ ਵਗੈਰਾ ਵਾਲਾ ਜਿੰਨੇ ਗਰੁੱਪ ਸੀਗੇ ਇਹ ਤਾਂ ਹੈ ਭਾਜੀ, ਇਤਿਹਾਸ ਪੜ੍ਹਦਿਆਂ ਦਿਖਦਾ ਵੀ ਮਾਫ ਕਰਨਾ ਵੀ ਸਾਡੇ ਕੋਲੇ ਅਸੀਂ ਬਹੁਤ ਹੀ ਚੋਣਵੇਂ ਜੇ ਸਾਡੇ ਕ੍ਰਾਂਤੀਕਾਰੀ ਸਾਡੀਆਂ ਕਿਤਾਬਾਂ 'ਚ ਦਿਸਦੇ ਆ, ਪਰ ਇੱਕ ਵੱਡੀ ਪਰੰਪਰਾ ਜਿਹਦੇ ਵਿੱਚ ਆਵਾਮ ਹੈ, ਆਮ ਲੋਕ ਨੇ ਜਿਨ੍ਹਾਂ ਦਾ ਕਿਤੇ ਜ਼ਿਕਰ ਵੀ ਨਹੀਂ ਹੈਗਾ, ਹਨਾ। ਤੁਸੀਂ ਜਿਵੇਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਤਨਾਮੀਆਂ ਦਾ ਵਿਦਰੋਹ ਅਸੀਂ ਦੇਖ ਰਹੇ ਸੀ, ਹੋਰ ਏਦਾਂ ਜਦੋਂ ਇਤਿਹਾਸ ਪੜ੍ਹਦੇ ਆ, ਹਿਸਟਰੀ ਪੜ੍ਹਦੇ ਆ, ਤਾਂ ਪਿੱਛੇ ਜੇ ਇੱਕ ਮਲਵਿੰਦਰ ਵੜੈਚ ਹੋਰਾਂ ਨੇ ਇੱਕ ਦਿਨ ਇੱਕ ਚਿੱਠੀ ਕਾਪੀ ਕਰਕੇ ਦਿਖਾਈ, ਉਹਦੇ ਵਿੱਚ ਇੱਕ ਕੋਈ ਕਰੀਮ ਖਾਨ ਨਾਮ ਦੇ ਇੱਕ ਮੁੰਡੇ ਦੀ ਚਿੱਠੀ ਆ, ਉਹ ਆਪਦੇ ਮਾਂ ਨੂੰ ਲਿਖਦਾ, ਪੰਜਾਬੀ ਆ ਉਸ ਵੇਲੇ, ਕਿ ਸਾਡੀ ਜਿਹੜੀ ਫਾਂਸੀ ਆ ਉਹ ਤੈਅ ਹੋ ਗਈ ਆ। ਇੱਥੋਂ ਹੀ ਸ਼ੁਰੂ ਕਰਦਾ ਉਹ, 4 ਲਾਈਨਾਂ ਨੇ ਉਹਦੇ ਵਿੱਚ ਵੀ ਬੇਬੇ ਮੈਨੂੰ ਪਤਾ ਵੀ ਇੱਥੇ ਭਗਤ ਸਿੰਘ ਹੋਰਾਂ ਦਾ ਨਾਂ ਹੋਏਗਾ ਤੇ ਸਾਨੂੰ ਪੁੱਛਿਆ ਤੱਕ ਨਹੀਂ ਜਾਏਗਾ, ਉਦਾਂ ਸਾਰਾ ਸੁੱਖ ਸਾਂਦਾ, ਮਤਲਬ ਇਹ 4 ਲਾਈਨਾਂ ਉਸ ਚਿੱਠੀ 'ਚ। ਬਿਲਕੁਲ, ਇਹ ਬਹੁਤ ਆਟੋਮੈਟਿਕਲੀ ਇਹ ਵੱਡੀ ਗੱਲ ਉਹਦੇ ਚ ਦਿਖਾਈ ਦੇ ਰਹੀ ਹੈ। ਜੇ ਆਪਾਂ ਓਵਰਆਲ ਜੇ ਇੱਕ ਇੱਕ ਕਰਕੇ ਦੇਖੀਏ, ਆਪਾਂ ਸਿਆਸਤ ਦੇਖੀਏ, ਮੰਨ ਲਓ ਅਜੇ ਕੱਲ ਹੀ ਸਿਆਸਤ, ਮੈਂ ਤਾਂ ਇਹ ਗੱਲ ਕਰਦਾ ਕਿ ਸਾਡੇ 5 ਵਾਰ ਦੇ ਮੁੱਖ ਮੰਤਰੀ ਤੇ ਉਹਨਾਂ ਦਾ 95ਵਾਂ ਜਨਮ ਦਿਨ ਮਨਾਇਆ ਜਾ ਕੇ ਸਾਰੇ ਅਕਾਲੀ ਦਲ ਨੇ ਉਹਨਾਂ ਦੇ ਘਰ ਜਾ ਕੇ, ਸਰਕਾਰ ਪ੍ਰਕਾਸ਼ ਸਿੰਘ ਬਾਦਲ ਦਾ ਘਰ ਜਾ ਕੇ। ਹਾਲਾਂਕਿ ਜੇਕਰ ਜਿਹੜੀ ਵਿਚਾਰਧਾਰਾ ਤੋਂ ਅਕਾਲੀ ਦਲ ਰੋਸ਼ਨੀ ਲੈਂਦਾ, ਜਿਹਦੇ ਤੋਂ ਇਹ ਕਿਹਾ ਜਾਂਦਾ ਕਿ ਉਹਦੇ ਤੋਂ ਅਸੀਂ, ਉੱਥੇ ਸੰਗਤ ਦਾ ਸਿਧਾਂਤ ਹੈ, ਪੰਗਤ ਦਾ ਸਿਧਾਂਤ ਹੈ, ਬਰਾਬਰੀ ਦੀ ਇੱਕ ਕਨਸੈਪਟ ਹੈ, ਪੰਜ ਪ੍ਰਧਾਨੀ ਦਾ ਇੱਕ ਰੋਲ ਹੈ, 5 ਪਿਆਰਿਆਂ ਦਾ ਜਾਂ ਬਾਕੀ ਸਾਰੇ, ਇਹ ਵੀ ਚੱਲਦਾ ਉੱਥੇ ਕਿਉਂ, ਉੱਥੇ ਤੱਕ ਮਾਰਚ ਜਿਹੜਾ ਇੱਕ ਹਿਸਟੋਰੀਕਲ ਮਾਰਚ ਕਹਿੰਦੇ ਆਪਾਂ ਇੰਨਾ ਲੰਮੇ ਸਮੇਂ ਦਾ। ਹਾਲਾਂਕਿ ਅਕਾਲੀ ਦਲ ਦੇ ਵਿੱਚ ਜੇ ਆਪਾਂ ਇਹ ਦੇਖੀਏ ਕਿ ਅੱਜ ਤੋਂ 3 ਦਹਾਕੇ ਪਹਿਲਾਂ ਤੱਕ ਇੱਕ ਬੈਲੈਂਸ ਵੀ ਰਿਹਾ, ਬਰਾਬਰ ਦੀ ਲੀਡਰਸ਼ਿਪ। ਮੰਨ ਲਓ ਐਸਜੀਪੀਸੀ ਪ੍ਰਧਾਨ ਦਾ ਕੱਦ ਵੀ ਓਡਾ ਹੀ ਸੀ, ਜਥੇਦਾਰ ਅਕਾਲ ਤਖਤ ਦਾ ਕੱਦ ਵੀ ਸੀ, ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਸੀ, ਉਹਦਾ ਕੱਦ ਏਡਾ ਹੀ ਸੀ, ਫਿਰ ਚੀਫ ਮਿਨਿਸਟਰ ਬਣਦਾ ਸੀ, ਉਹਦਾ ਕੱਦ ਏਡਾ ਹੀ ਸੀ। ਔਰ ਸੰਗਤੀ ਰੂਪ ਦੇ ਵਿੱਚ ਫੈਸਲੇ, ਮੋਰਚੇ ਤਾਂ ਸੰਗਤੀ ਰੂਪ ਤੋਂ ਬਿਨਾਂ ਲੱਗਦੇ ਨਹੀਂ ਨਾ, ਜਿਹੜੇ ਆਪਾਂ ਦੇਖਦੇ ਹਾਂ। ਈਵਨ ਜਿਨ੍ਹਾਂ ਨੂੰ ਇਹਨਾਂ ਨੇ ਮੋਰਚਿਆਂ 'ਚ ਵੀ ਬਣਾਇਆ ਸੀ ਲੀਡਰ, ਸੰਤ ਲੌਂਗੋਵਾਲ ਨੂੰ, ਉਹ ਡਿਸਾਈਸਿਵ ਨਹੀਂ ਸੀ, ਉਹਦੇ ਪਿੱਛੇ ਬਾਦਲ, ਟੌੜਾ, ਸਾਰੇ ਬੰਦੇ ਫੈਸਲਾ ਕਰਦੇ। ਜਿਹੜਾ ਲੇਟੈਸਟ ਮੋਰਚੇ 'ਚ ਵੀ ਤੁਸੀਂ ਯੂਨੀਅਨਾਂ ਦੇ ਪ੍ਰਧਾਨਾਂ ਦੇ ਨਾਮ ਤੇ ਯੂਨੀਅਨਾਂ ਚੱਲ ਰਹੀਆਂ, ਉੱਥੇ ਵੀ ਆਵਾਮ ਇੱਕ ਸਾਈਡ ਨੂੰ ਹੋ ਗਿਆ ਜੀ। ਪੰਜਾਬ ਕਿਸਾਨ ਰਿਫਲੈਕਸ਼ਨ ਹੈ, ਸਾਡੀ ਰੈਗੂਲਰ ਪੋਲਿਟਿਕਸ ਦੀ ਰਿਫਲੈਕਸ਼ਨ ਹੈ ਕਿ ਜਿਹੜੀਆਂ ਡੀਮੈਰਿਟਸ ਇੱਧਰ ਸੀਗੀਆਂ, ਉਹ ਡੀਮੈਰਿਟਸ ਜਿਹੜੀਆਂ ਉਹ ਟ੍ਰੇਡ ਯੂਨੀਅਨਿਜ਼ਮ ਦੇ ਵਿੱਚ ਵੀ ਆ ਰਹੀ ਆ। ਉਹ ਤੇ ਲੇਖਕ ਸਭਾਵਾਂ ਦੇ ਵਿੱਚ ਵੀ ਨੇ, ਜੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਇੱਕ ਲੇਖਕ ਦਾ ਨਾਮ ਲੱਗਿਆ ਅੱਜ ਕੱਲ ਤਾਂ ਤੁਸੀਂ ਦੇਖੋ ਕਿ ਵਿਚਾਰਧਾਰਾ ਤੇ ਅਕਾਲੀ ਦਲ ਵਿਚਾਰਧਾਰਾ ਆਧਾਰਿਤ ਪਾਰਟੀ ਸੀ, ਉੱਥੇ ਇੱਕ ਲੀਡਰ। ਈਵਨ ਬੀਜੇਪੀ ਵੀ ਚਾਹੇ ਹਿੰਦੂ ਤਾਂ ਵੀ ਵਿਚਾਰਧਾਰਾ ਸੀ, ਪਹਿਲਾਂ ਪਾਰਟੀ ਹੈ ਹੀ ਨਹੀਂ ਸੀ, ਹੈ ਨਾ। ਆਰਐਸਐਸ ਸੀ, ਉਹਦੇ ਚੋਂ ਜਨਸੰਘ ਬਣਦਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ 1951 ਚ ਬਣਾਉਂਦਾ, ਉਦੋਂ ਪਹਿਲਾਂ ਤਾਂ ਨਹੀਂ ਸੀ, 1920 ਤੋਂ ਜਾ ਕੇ ਇੱਕ ਉਹ ਲੱਗ ਰਹੀ ਹੈ। ਤੇ ਹੁਣ ਇੱਕ ਨਰਿੰਦਰ ਮੋਦੀ ਉਹ ਦਿਖਾਈ ਦੇ ਰਿਹਾ ਐਜ ਇੱਕ ਪਰਸਨੈਲਿਟੀ, ਉਹ ਤੋਂ ਬਿਨਾਂ ਪਤਾ ਨਹੀਂ ਹਿਲਦਾ ਬੀਜੇਪੀ ਦੇ ਵਿੱਚ। ਜਿਹੜੀਆਂ ਤਾਂ ਪਾਰਟੀਆਂ ਵੈਸੇ ਹੀ ਪਰਸਨਲ ਬਣਦੀਆਂ ਨੇ, ਜਿਵੇਂ ਐਨਟੀ ਰਾਮਾ ਰਾਓ ਆ ਗਿਆ ਸੀ ਫਿਲਮਾਂ ਚੋਂ ਜੀ, ਉਹਨੇ ਆ ਕੇ ਸਿੱਧਾ ਬਦਲਤਾ ਸਾਰਾ ਕੰਮ, ਤੇ ਉਹ ਤਾਂ ਅਲੱਗ ਗੱਲ ਸੀ ਸਾਡੇ। ਪਰ ਵਿਚਾਰਧਾਰਾ ਆਧਾਰਿਤ ਪਾਰਟੀਆਂ ਵੀ ਉੱਥੇ ਕਿਉਂ ਜਾ ਰਹੀਆਂ ਨੇ? ਕੀ ਇਹ ਨੈਚੁਰਲ ਫੈਨੋਮੈਨਾ ਵਰਤਾਰਾ ਹੈ, ਜਾਂ ਅਸੀਂ ਉਹਦੇ ਤੇ ਚੈੱਕ ਐਂਡ ਬੈਲੈਂਸ ਦਾ ਕੋਈ ਸਿਸਟਮ ਨਹੀਂ ਬਣਾ ਸਕਦੇ? ਕਿਉਂ ਜਾ ਰਹੇ? ਮੈਨੂੰ ਇਹ ਲੱਗਦਾ ਵੀ ਸੋਸ਼ੀਓ ਕਲਚਰਲ ਡੋਮੇਨ ਚੋਂ ਚੀਜ਼ਾਂ ਆਉਂਦੀਆਂ ਨੇ। ਜੇ ਤੁਸੀਂ ਭਾਸ਼ਾ ਦੇ ਕਿਸੇ ਸ਼ਬਦ ਨੂੰ ਵੀ ਤੁਸੀਂ ਉਹਦੇ ਮੀਨਿੰਗ ਵੀ ਦੇਖੋ, ਉਹ ਆਈਸੋਲੇਸ਼ਨ 'ਚ ਨਹੀਂ ਹੋਣਗੇ, ਉਹਦਾ ਇੱਕ ਹਿਸਟੋਰੀਕਲ ਪਰਸਪੈਕਟਿਵ ਹੋਏਗਾ, ਇੱਕ ਕਲਚਰਲ ਪਰਸਪੈਕਟਿਵ। ਕਲਚਰ ਤੇ ਤੁਹਾਡਾ ਆਵਾਮ 'ਚੋਂ ਆਏਗਾ, ਮੈਨੂੰ ਇਹ ਲੱਗਦਾ ਲੋਕ ਮਨ 'ਚੋਂ ਹੀ ਆਏਗਾ, ਉਹ ਆਈਸੋਲੇਸ਼ਨ 'ਚ ਨਹੀਂ। ਹਾਂ, ਪ੍ਰੋਬਲਮ ਮੈਨੂੰ ਉਦੋਂ ਲੱਗਦੀ ਹੁੰਦੀ ਹੈ ਵੀ ਇੱਕ ਵਿਚਾਰ ਹੈ, ਇੱਕ ਵਿਚਾਰਕ ਦੀ ਵਿਚਾਰਕ ਪੋਸ਼ੀ ਕਰਦੇ ਨੇ ਇੱਕ ਵਿਚਾਰ, ਪਰ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਅਸੀਂ ਵਿਚਾਰਕ ਨੂੰ ਮੱਠਾਧੀਸ਼ ਬਣਾ ਦਿੰਦੇ ਹਾਂ। ਮੈਨੂੰ ਇਹ ਲੱਗਦਾ, ਮੈਨੂੰ ਲੱਗਦਾ 2-3 ਨੁਕਤੇ ਨੇ। ਇੱਕ ਤਾਂ ਆਮ ਲੋਕਾਂ ਦੇ ਅਫੇਅਰਸ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਹੈ, ਇਹਦੇ ਲਈ ਪੋਲਿਟਿਕਸ ਦੀ ਜ਼ਰੂਰਤ ਹੈ। ਇੱਕ ਮਨੁੱਖੀ ਮਨ ਦੀ ਨੇਤਾ ਹੋ ਜਾਣ ਦੀ ਹਮੇਸ਼ਾ ਲਈ ਇੱਕ ਰੇਸ ਹੈ, ਉਹ ਡਾਰਵੀਨੀਅਨ ਜਿਹੜਾ ਬੇਸਿਕ ਇਨਸਟਿੰਕਟ ਹੈ ਉਹ ਹਮੇਸ਼ਾ ਰਹੀ ਹੈ। ਜਿਸ ਵੇਲੇ ਇਹ ਦੋਨੋਂ ਵਰਤਾਰੇ ਆਣ ਵੱਜਦੇ ਨੇ ਮਾਡਰਨਿਟੀ ਦੇ ਵਿੱਚ, ਜਦੋਂ ਆਧੁਨਿਕਤਾ ਦੇ ਵਿੱਚ ਆ ਵੱਜਣਗੇ, ਤਾਂ ਫਿਰ ਆਧੁਨਿਕਤਾ ਤੇ ਇਹਨਾਂ ਦੇ ਜਿਹੜੀ ਆਪਸੀ ਟੱਕਰ ਹੈ ਉਹ ਡਿਸਾਈਡ ਕਰਨ ਲੱਗੀ ਕਿ ਅਗਲੇ ਆਯਾਮ ਕੀ ਹੋਣਗੇ। ਤੁਸੀਂ 30ਵਿਆਂ ਦੇ ਮਹਾਤਮਾ ਗਾਂਧੀ ਨੂੰ ਯਾਦ ਕਰਕੇ ਦੇਖੋ, ਦੇਸ਼ ਦੇ ਵਿੱਚ ਕਿੰਨੀਆਂ ਕੁ ਅਖਬਾਰਾਂ ਛਪਦੀਆਂ ਹੋਣਗੀਆਂ, ਕਿੰਨੀ ਸਰਕੂਲੇਸ਼ਨ ਹੋਏਗੀ ਅਖਬਾਰਾਂ ਦੇ ਵਿੱਚ। ਤੁਹਾਨੂੰ ਪਤਾ ਹੈ ਵੀ ਹਫ਼ਤੇ ਦੇ ਵਿੱਚ 1-2 ਫੋਟੋਗ੍ਰਾਫ ਛਪਦੀਆਂ ਸੀ, ਕਿਉਂਕਿ ਇੱਕ ਫੋਟੋ ਛਾਪਣ ਲਈ
ਪਹਿਲਾਂ ਲੱਕੜ ਦੇ ਬਲੌਕ ਦੇ ਵਿੱਚ ਉਸ ਆਦਮੀ ਦੀ ਪੂਰੀ ਤਸਵੀਰ ਐਨਗ੍ਰੇਵ ਕਰਨੀ ਪੈਂਦੀ ਸੀ, ਫਿਰ ਉਹ ਇੰਟੈਗਲੀਓ ਪ੍ਰਿੰਟਿੰਗ ਰਾਹੀਂ ਅਖਬਾਰ ਵਿੱਚ ਛਪਦੀ ਸੀ। ਇਸ ਦੇਸ਼ ਦੇ ਵਿੱਚ ਕਿੰਨੇ % ਲੋਕੀ ਮਹਾਤਮਾ ਗਾਂਧੀ ਵੇਖਣ ਨੂੰ ਕਿਹੋ ਜਿਹਾ ਲੱਗਦਾ ਹੈ ਇਹ ਨਹੀਂ ਸਨ ਜਾਣਦੇ, ਪਰ ਉਹਦੀ ਕਾਲ ਦੇ ਉੱਤੇ ਦੇਸ਼ ਬੰਦ ਹੋ ਜਾਂਦਾ ਸੀ, ਲੋਕ ਤਾਮੀਰੀ ਕੰਮ ਕਰਨ ਸੜਕਾਂ ਤੇ ਨਿਕਲ ਪੈਂਦੇ ਸੀ। ਇੱਕ ਉਹ ਵੇਲਾ ਸੀ। ਇਹਦਾ ਮਤਲਬ ਹੈ ਖਿਆਲ ਇੰਨੀ ਵੱਡੀ ਪਰਸਨੈਲਿਟੀ ਤੋਂ ਵੀ ਵੱਡਾ ਸੀ, ਇੰਨੀ ਵੱਡੀ ਸ਼ਖਸੀਅਤ ਤੋਂ ਵੀ ਖਿਆਲ ਵੱਡਾ ਸੀ। ਆਹਿਸਤਾ ਜਿਸ ਵੇਲੇ ਆਧੁਨਿਕਤਾ ਦੇ ਨਾਲ ਟੈਕਨੋਲੋਜੀ ਆਉਂਦੀ ਹੈ, ਮਾਡਰਨਿਟੀ ਦਾ ਇੱਕ ਮੇਜਰ ਪਾਰਟ ਟੈਕਨੋਲੋਜੀ ਬਣਦੀ ਹੈ, ਫਿਰ ਨਿਕਸਨ ਤੇ ਕੈਨੇਡੀ ਦੇ ਵਿੱਚੋਂ ਜਦੋਂ ਸਾਰੀ ਦੁਨੀਆ ਸਮਝਦੀ ਹੈ ਕਿ ਨਿਕਸਨ ਜਿੱਤੇਗਾ, ਤਾਂ ਮਾਰਸ਼ਲ ਮੈਕਲੂਹਨ ਆ ਕੇ ਕਹਿੰਦਾ ਕਿ ਕੈਨੇਡੀ ਜਿੱਤੇਗਾ, ਇਸ ਲਈ ਕਿਉਂਕਿ ਮੀਡੀਅਮ ਬਦਲ ਗਿਆ ਹੈ। ਇਹ ਮੀਡੀਅਮ ਇਸ ਨੂੰ ਹੋਰ ਤਰੀਕੇ ਨਾਲ ਵੇਖੇਗਾ। ਘਰਾਂ 'ਚ ਬੱਚੇ ਦੇਖਣਗੇ ਤਾਂ ਕਹਿਣਗੇ ਇਹਦੀ ਸਮਾਈਲ ਜ਼ਿਆਦਾ ਅੱਛੀ ਹੈ, ਇਹ ਮੁਸਕਰਾਉਂਦਾ ਬਹੁਤ ਚੰਗਾ, ਮੈਂ ਤਾਂ ਇਹਨੂੰ ਵੋਟ ਪਾਈ ਹੈ। ਨਿਕਸਨ ਤੋਂ ਬਾਅਦ ਯਾਦ ਕਰੋ, ਕੋਈ ਵੀ ਮਤਲਬ ਜਿਹੜਾ ਗੁੱਡ ਲੁਕਿੰਗ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਂਦਾ, ਉਹ ਰਾਸ਼ਟਰਪਤੀ ਨਹੀਂ ਬਣ ਸਕਿਆ। ਰੋਨਾਲਡ ਰੀਗਨ ਦੀ ਜੇ ਆਪਾਂ ਜੀਵਨੀ ਬੜੀ ਸੋਚ ਸਕਦੇ ਹਾਂ ਵੀ ਇਹ ਫਿਲਮਾਂ 'ਚ ਕੰਮ ਕਰਦਾ ਹੈ, ਐਕਟਰ ਤੇ ਜਾ ਕੇ ਬਣ ਸਕਦਾ ਹੈ, ਬਟ ਬਿਕੋਜ਼ ਹੀ ਸਮਾਈਲਡ ਫਾਰ ਬੈਟਰ ਤੇ ਉਹ ਬਣ ਜਾਂਦਾ ਹੈ। ਅੱਜ ਦੀ ਡੇਟ ਦੇ ਵਿੱਚ ਹੁਣ ਸੋਸ਼ਲ ਮੀਡੀਆ ਤੋਂ ਬਾਅਦ ਜੇ ਤੁਸੀਂ ਬਹੁਤ ਵਧੀਆ ਓਰੇਟਰ ਨਹੀਂ ਹੈਗੇ, ਬਹੁਤ ਵਧੀਆ ਬੋਲਦੇ ਨਹੀਂ, ਸਿਲਵਰ ਟੰਗ ਨਹੀਂ ਹੈਗੇ, ਦੇਖਣ 'ਚ ਚੰਗੇ ਨਹੀਂ ਹੈ, ਲੋਕਾਂ ਨਾਲ ਕਨੈਕਟ ਨਹੀਂ ਬਣਾ ਸਕਦੇ, ਤਾਂ ਤੁਸੀਂ ਨੇਤਾ ਨਹੀਂ ਬਣ ਸਕਦੇ। ਮੈਨੂੰ ਲੱਗਦਾ ਨਹੀਂ ਅੱਜ ਦੀ ਡੇਟ ਵਿੱਚ ਮਨਮੋਹਨ ਸਿੰਘ ਜੀ ਨੇਤਾ ਬਣ ਸਕਣ। ਪੰਜਾਬੀ 'ਚ ਇੱਕ ਮੁਹਾਵਰਾ ਹੈ ਨਾ, ਅੱਗੇ ਖੇਤੀ 'ਚੋਂ ਹੀ ਆਉਂਦਾ ਕਿਉਂਕਿ ਪੰਜਾਬੀ ਦੇ ਨੇ, ਉਹ ਕਹਿੰਦਾ ਜਿਹਦੀ ਜ਼ੁਬਾਨ ਚੱਲਦੀ ਹੈ ਉਹਦੇ 5 ਹਲ ਚੱਲਦੇ ਨੇ। ਮਤਲਬ ਇਹ ਵੀ ਉਹਦੇ ਕੋਲ ਇੰਨੀ ਆ ਨਾ, ਬਾਕੀ ਤਾਂ ਇਹ ਵੀ ਹੈ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਉਸ ਤੋਂ ਬਾਅਦ ਸੋਚਿਆ ਮਨੁੱਖ ਨੇ। ਜੇ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਜੰਗਾਂ ਵੀ ਲੱਗੀਆਂ, ਜੰਗਾਂ ਜਿੱਤਦੇ ਸੀ, ਲੀਡਰ ਵੱਡਾ ਬਣਦਾ ਸੀ, ਆਪਣੇ ਰਾਜ ਵਧਾਉਂਦਾ ਸੀ ਅੱਗੇ। ਅਸੀਂ UN ਦੇ ਡੈਕਲੇਰੇਸ਼ਨ ਵੀ 1948 ਦਾ 24 ਅਕਤੂਬਰ ਦਾ ਕਿ ਹਿਊਮੈਨਿਟੀ ਬਰਾਬਰ ਕਿਵੇਂ ਚਾਹੀਦੀ, ਉਦੋਂ ਬੈਟਰ ਅਜੇ ਤੱਕ ਸਾਡੇ ਕੋਲ ਕੁਝ ਨਹੀਂ ਹੈ ਨਾ। ਸਾਡੇ ਲਈ ਆਈਡੀਅਲ ਤਾਂ ਅਸੀਂ ਰੱਖੇ ਹੋਏ ਨੇ ਕਿ ਆਹ ਇੱਕ ਆਈਡੀਅਲ ਹੈ, ਬਰਾਬਰ ਮਨੁੱਖ ਐਵੇਂ ਹੋਣਾ ਚਾਹੀਦਾ, ਐਵੇਂ ਹੋਣਾ ਚਾਹੀਦਾ, ਪਰ ਸਦੀਆਂ ਤੋਂ ਆਈਡੀਅਲ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਲੱਗਦੇ। ਮਤਲਬ ਇੱਕ ਵਾਰ ਤਾਂ ਤੁਸੀਂ ਦੇਖੋ ਅਰਿਸਟੋਟਲ ਵਗੈਰਾ ਇਹ ਲਿਖਦੇ ਸੀ ਕਿ ਗੁਲਾਮਦਾਰੀ ਜ਼ਰੂਰੀ ਹੈ ਨਾ, ਵੱਡੇ ਸਕਾਲਰ ਵੀ ਲਿਖਦੇ ਸੀ ਕਿ ਸਲੇਵਰੀ ਜ਼ਰੂਰੀ ਹੈ ਇਸ ਮਾਮਲੇ 'ਚ। ਉਸ ਤੋਂ ਬਾਅਦ ਸਲੇਵਰੀ ਖਿਲਾਫ ਜੰਗਾਂ ਹੁੰਦੀਆਂ ਨੇ, ਜੰਗਾਂ ਮਾਡਰਨ ਸਲੇਵਰੀ 'ਚ ਅੱਜ ਕੱਲ ਆਪਾਂ ਦੇਖਦੇ ਆ ਕਿ ਮਾਡਰਨ ਸਲੇਵਰੀ ਦਾ ਇੱਕ ਅਲੱਗ ਟਾਈਪ ਦੀ ਗੱਲ ਆ ਜਾਂਦੀ ਹੈ ਕਿ ਉਹਦੀ ਇਹਦਾ ਮਤਲਬ ਪਰਿਭਾਸ਼ਾ ਹੀ ਬਦਲਦੀ ਹੈ, ਕੁਆਲਿਟੀ 'ਚ ਨਹੀਂ ਬਦਲ ਰਿਹਾ, ਤਾਂ ਜੰਗ ਕਿਉਂ ਉਸ ਪਾਸੇ? ਇਹ ਤਾਂ ਸਵਾਲ ਹੁੰਦਾ ਹੈ ਵੀ ਤੁਹਾਡੀ ਆਜ਼ਾਦੀ ਦੀ ਪਰਿਭਾਸ਼ਾ ਕਿਵੇਂ ਬਦਲਦੀ ਜਾ ਰਹੀ ਹੈ, ਜਾਂ ਤੁਹਾਡੀ ਸ਼ਖਸੀਅਤ ਦੀ ਆਜ਼ਾਦੀ ਦੀ ਪਰਿਭਾਸ਼ਾ, ਜਾਂ ਵਿਚਾਰਾਂ ਦੀ ਆਜ਼ਾਦੀ ਦੀ। ਇੱਥੇ ਆਪਾਂ ਫਿਰ ਲੰਬਾ ਨਿਕਲ ਜਾਵਾਂਗੇ ਇਸ ਗੱਲ। ਅਸੀਂ ਡਿਵਾਈਸਿਸ ਤਾਂ ਬਣਾਏ ਸੀ ਕਿ ਇਸ ਤੋਂ ਬਚਣਾ ਕਿਸ ਤਰ੍ਹਾਂ, ਕਿਉਂਕਿ ਹਰ ਡੈਮੋਕ੍ਰੇਸੀ ਇਵੈਂਚੁਅਲੀ ਜਾ ਕੇ ਡੈਮਾਗੋਗਰੀ ਵਿੱਚ ਬਦਲੇਗੀ। ਤਾਂ ਅਰਿਸਟੋਟਲ ਤੋਂ ਹੀ ਇਹ ਖਿਆਲ ਸੀਗਾ, ਇਹ ਕਲੈਰਿਟੀ ਸੀਗੀ। ਉਸ ਕਲੈਰਿਟੀ 'ਚ ਬਹੁਤਾ ਫਰਕ ਨਹੀਂ ਆਇਆ ਹੁਣ ਤੱਕ। ਤੇ ਹੁਣ ਅਸੀਂ ਜਿਸ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ, ਭਾਵੇਂ ਉੱਥੇ ਟਰੰਪ ਦੇਖੀਏ, ਇੱਥੇ ਮੋਦੀ ਦੇਖੀਏ, ਉੱਥੇ ਡੁਟਾਰਟੇ ਨੂੰ ਦੇਖ ਲਈਏ, ਜਾਂ ਅਸੀਂ ਬਹੁਤ ਪਾਸੇ ਇਟਲੀ ਦੇ ਵਿੱਚ ਦੇਖ ਲਈਏ, ਤਾਂ ਅਸੀਂ ਡੈਮੋਕ੍ਰੇਸੀ ਡੈਮਾਗੋਗੀ ਵਿੱਚ ਜਾ ਰਹੇ ਹਾਂ, ਮਤਲਬ ਭੀੜ ਤੰਤਰ ਦੇ ਵਿੱਚ ਜਾ ਰਹੀ ਹੈ। ਬਟ ਇਵੈਂਚੁਅਲੀ ਅਸੀਂ ਇੱਕ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਜਿਹਾ ਨਾ ਹੋਵੇ। ਉਹ ਸੀਗੇ ਇੰਸਟੀਟਿਊਸ਼ਨਸ। ਜੇ ਇੰਸਟੀਟਿਊਸ਼ਨਸ ਬਣਨਗੇ, ਸਟਰਕਚਰਸ ਹੋਣਗੀਆਂ, ਤਾਂ ਨੇਤਾ ਕਿੰਨਾ ਵੀ ਵੱਡੀ ਸ਼ਖਸੀਅਤ ਹੋਵੇ, ਫਿਰ ਵੀ ਉਹ ਇੱਕ ਇੰਸਟੀਟਿਊਸ਼ਨਲ ਮੈਕੈਨਿਜ਼ਮ ਦੇ ਵਿੱਚੋਂ ਨਿਕਲੀਆਂ ਚੀਜ਼ਾਂ ਦੇ ਨਾਲ ਉਹਨੂੰ ਨਜਿੱਠਣਾ ਪਵੇਗਾ। ਜੇ ਟਰੰਪ ਵੀ ਆ ਗਿਆ ਸੀ ਤਾਂ ਡਿਪਾਰਟਮੈਂਟ ਆਫ ਜਸਟਿਸ ਆਪਣਾ ਕੰਮ ਕਰ ਰਿਹਾ ਸੀ। ਸਾਡੇ ਇੱਥੇ ਪ੍ਰੋਬਲਮ ਇਹ ਹੋਈ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਇੰਸਟੀਟਿਊਸ਼ਨਲ ਨਿਗਾਰ ਦੇਖਿਆ, ਜਿਹਦੇ ਵਿੱਚ ਫਿਰ ਸਿਰਫ ਪਰਸਨੈਲਿਟੀ ਬਚਦੀ ਹੈ। ਤੁਸੀਂ ਜ਼ਿਕਰ ਕਰਦੇ ਪੀ ਰਮਨ ਵਾਲੀ ਜਿਹੜੀ ਕਿਤਾਬ ਹੈ, ਟ੍ਰਿਸਟ ਵਿਦ ਦਾ ਸਟਰੋਂਗ ਲੀਡਰ ਪੋਪੂਲਿਜ਼ਮ, ਉਹਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੀ ਰਮਨ ਨੇ ਇਸ ਗੱਲ ਨੂੰ ਵਾਜ਼ਿਹ ਕੀਤਾ ਕਿ ਸਾਡੇ ਜਿਹੜੇ ਸਟਰੋਂਗ ਲੀਡਰਸ ਨੇ, ਉਹਨਾਂ ਦਾ ਪਹਿਲਾ ਨਿਸ਼ਾਨਾ ਇੰਸਟੀਟਿਊਸ਼ਨਸ ਦੀ ਤਬਾਹੀ ਰਿਹਾ। ਤਾਂ ਕਿ ਤੁਸੀਂ ਈਡੀ ਨੂੰ, ਸੀਬੀਆਈ ਨੂੰ, ਸਿਸਟਮਸ ਨੇ ਕਿਸ ਤਰ੍ਹਾਂ ਕੰਮ ਕਰਨਾ। ਨਹੀਂ, ਇਹ ਤਾਂ ਕਲੋਨੀਅਲ ਪੀਰੀਅਡ 'ਚ ਵੀ ਹੈਗਾ, ਇਹ ਤੇ ਅੰਗਰੇਜ਼ ਸ਼ਾਹੀ ਵੇਲੇ ਵੀ ਹੈਗਾ। ਫਿਰ ਤੁਸੀਂ ਉੱਪਰ ਦੇਖਦੇ ਹੋ ਕਿ ਉੱਪਰ ਨੇਤਾ ਕੀ ਕਹਿੰਦਾ। ਉਹ ਕਹਿੰਦੇ ਨਾ ਪਾਕਿਸਤਾਨ ਦੇ ਵਿੱਚ ਮਸ਼ਹੂਰ ਆ, ਉਹ ਕਹਿੰਦੇ ਵੀ ਫੌਜ ਕਿੱਦਾਂ ਕੰਮ ਕਰਦੀ ਹੈ, ਕਹਿੰਦਾ ਜੇ ਜਰਨੈਲ ਇੱਧਰ ਦੇਖਦਾ ਤਾਂ ਫੌਜ ਇੱਧਰ ਦੇਖੇਗੀ, ਜਰਨੈਲ ਉੱਧਰ ਦੇਖੇਗਾ ਤਾਂ ਫੌਜ ਉੱਧਰ ਦੇਖੇਗੀ। ਇਹਦੇ 'ਚ ਮੇਰੇ ਖਿਆਲ ਨਾਲ ਨੇਤਾ ਬਾਰੇ ਸੱਚ ਹੋ ਗਿਆ। ਜਿਹੜੀ ਤਾਂ ਚਲੋ ਕਲੋਨੀਅਲਿਜ਼ਮ ਨੂੰ ਤਾਂ ਆਪਾਂ ਇਸ ਲਈ ਮਾਫ ਕਰ ਦਿੰਦੇ ਹਾਂ, ਕਈ ਵਾਰ ਉਹਨਾਂ ਦਾ ਕੰਮ ਹੈ ਰੂਲ ਕਰਨਾ ਸੀ। ਉਸ ਤੋਂ ਪਹਿਲਾਂ ਸਮੰਤਸ਼ਾਹੀ ਦਾ ਵੀ ਚਾਹੀਦਾ, ਪਰ ਮਾਡਰਨ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਕਿ ਅਸੀਂ ਜਮਹੂਰੀਅਤ ਲਈ ਜੱਦੋਜਹਿਦ ਨਹੀਂ ਕੀਤੀ ਬਹੁਤ ਜ਼ਿਆਦਾ, ਕਿਉਂਕਿ ਬੰਦੇ ਦੇ ਨਾਲ ਜਮਹੂਰੀਅਤ ਖੜਦੀ ਹੈ ਨਾ। ਜੇਕਰ ਮੈਸੇਜ ਨਾਲ ਲੀਡਰ ਦੀ ਜੇ ਕੋਸ਼ਿਸ਼ ਵੀ ਹੋਵੇ, ਉਹਨੂੰ ਚੈੱਕ ਕਿਵੇਂ ਕਰਨਾ, ਜਾਂ ਉਹ ਇੰਸਟੀਟਿਊਸ਼ਨ 'ਚ ਬਣ ਗਈਆਂ ਕਿਵੇਂ ਬਣ ਗਈਆਂ, ਉਹੇ ਜਿਹੇ ਆਧਾਰ ਦੇ ਉੱਤੇ ਹੀ। ਜਿਵੇਂ ਆਪਾਂ ਕਹਿੰਦੇ ਨਾ ਅੱਜ ਕੱਲ ਬਹੁਤ ਚੀਜ਼ਾਂ ਚੱਲਦੀਆਂ ਨੇ, ਹੁਣ ਪੋਲੂਸ਼ਨ ਦੀ ਗੱਲ ਚੱਲਦੀ ਹੈ, ਫਲਾਨੀ ਉਹ ਕਹਿੰਦੇ ਜਿਹੋ ਜਿਹਾ ਬੰਦਾ ਹੋ ਗਿਆ ਉਹ ਜਿਹਾ ਰੱਬ ਹੋ ਗਿਆ। ਮਤਲਬ ਬੰਦਾ ਹੀ ਜਦੋਂ ਆਪਦੇ ਆਪ ਨੂੰ ਉੱਥੇ ਲੈ ਜਾਂਦਾ ਹੈ, ਉਹਨਾਂ ਜਾਗਰੂਕ ਨਹੀਂ ਹੁੰਦਾ, ਉਹ ਸਾਰੀਆਂ ਗੱਲਾਂ ਤੇ ਖੜਦਾ ਨਹੀਂ। 75 ਦੀ ਐਮਰਜੈਂਸੀ ਲੱਗੀ,
ਇੱਕ ਹੱਦ ਤੱਕ ਲੋਕਾਂ ਨੇ ਰਿਵੋਲਟ ਕੀਤਾ ਹੈ ਨਾ, ਤਾਂ ਕਰਕੇ ਉੱਤੇ ਉਦੋਂ ਬਾਅਦ 356 ਵੀ ਥੋੜੀ ਥੋੜੀ ਹੌਲੀ ਹੌਲੀ ਘੱਟ ਲੱਗਣ ਲੱਗੀ, ਕਿਉਂਕਿ ਬਾਕੀ ਜਗ੍ਹਾ ਲੋਕਾਂ 'ਚ ਖੇਤਰੀ ਉਭਾਰ ਆ ਗਏ ਸੀ। ਕਿਸੇ ਵੀ ਨੈਸ਼ਨਲ ਪਾਰਟੀ ਨੂੰ ਉਹਨਾਂ ਅਸੀਂ ਨਹੀਂ ਦਿੱਤਾ ਮਤਲਬ ਮੌਕਾ। ਇਸੇ ਕਰਕੇ ਹੁਣ ਮੋੜਵੇਂ ਰੂਪ 'ਚ ਦੁਬਾਰਾ ਉੱਥੇ ਹੀ ਫੇਰ ਆ ਰਿਹਾ ਹੈ। ਇੰਸਟੀਟਿਊਸ਼ਨ 'ਚ ਵੀ ਬਣਦੀਆਂ ਨੇ, ਉਹ ਮੇਰਾ ਖਿਆਲ ਹੈ ਬੰਦਾ ਤੁਹਾਡਾ ਜਿਹੜਾ ਹੈ ਉਹਦਾ ਕਰੈਕਟਰ, ਉਹਦੀ ਜਾਣਕਾਰੀ, ਉਹਦੀ ਸੂਝ-ਬੂਝ ਉਹ ਕਿਸ ਲੈਵਲ ਦੇ, ਅਸੀਂ ਉਧਾਰੀ ਲਈ ਲੱਗਦੀ ਹੈ ਵੀ ਅੰਗਰੇਜ਼ ਚਲਾ ਗਿਆ ਇੱਕ ਸੰਵਿਧਾਨ ਬਣਾ ਰਿਹਾ, ਸੰਵਿਧਾਨ 'ਚ ਸਾਨੂੰ ਪਤਾ ਹੈ ਵੀ ਇੰਨੀ ਕਿ ਸਾਨੂੰ ਦਿੱਤੀ ਗਈ ਆਜ਼ਾਦੀ ਹੈ ਤੇ ਉਹਦੇ ਆਲੇ ਦੁਆਲੇ ਵੀ ਅਸੀਂ ਲੜ ਨਹੀਂ ਰਹੇ ਉਹਨਾਂ ਆਜ਼ਾਦੀਆਂ ਲਈ, ਉਹਦੇ ਲਈ ਉਹਨੂੰ ਪ੍ਰਵਾਨ ਕਰ ਰਹੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆਹ ਹੁਣ ਜਿੰਨੀਆਂ ਸੰਸਥਾਵਾਂ ਨੇ ਰੋਜ਼ ਦੋਸ਼ ਲੱਗਦੇ ਨੇ, ਇਲੈਕਸ਼ਨ ਕਮਿਸ਼ਨ ਤੇ ਲੱਗਦੇ, ਤੁਸੀਂ ਜੀ ਆ ਨਹੀਂ ਕਰ ਰਹੇ, ਈਵਨ ਅਦਾਲਤਾਂ ਤੇ ਵੀ ਲੱਗਦੇ ਨੇ, ਈਵਨ ਵੱਖ-ਵੱਖ ਟਾਈਪ ਦੇ ਹੋਰ ਵੱਡੇ ਜਿਹੜੇ ਅਦਾਲਤਾਂ ਵੀ ਦੂਸਰੀਆਂ ਅਦਾਲਤਾਂ ਤੇ ਲਾ ਰਹੀਆਂ ਨੇ। ਤੇ ਫਿਰ ਇਹ ਵਰਤਾਰਾ ਜਿਹਨੂੰ ਅਸੀਂ ਕੱਲਾ ਰਾਜਨੀਤਿਕ ਕਹਿੰਦੇ ਆ ਕਿ ਰਾਜਨੀਤਿਕ ਆਗੂ ਐਵੇਂ ਹੋ ਗਿਆ, ਇਹਦਾ ਮਤਲਬ ਸਮਾਜਿਕ ਪ੍ਰੋਬਲਮ ਵੀ ਹੈ ਰਾਜਨੀਤੀ ਦੇ ਨਾਲ ਨਾਲ ਪ੍ਰੋਬਲਮ ਹੈ। ਤੁਸੀਂ ਦੇਖੋ ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਸਟਰੋਂਗ ਲੀਡਰ ਦਾ ਕਨਸੈਪਟ ਵੱਡੇ ਤੌਰ ਤੇ ਉੱਭਰਿਆ, ਔਰ ਇੰਟਰਸਟਿੰਗਲੀ ਉਹ ਨਹਿਰੂ ਤੇ ਪਟੇਲ ਤੇ ਰਾਜਗੋਪਾਲਾਚਾਰੀ ਵਰਗੇ ਸਟਰੋਂਗ ਲੀਡਰਾਂ ਦੇ ਹੁੰਦਿਆਂ ਨਹੀਂ ਉੱਭਰਿਆ, ਉਹ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਵੇਲੇ ਜਿਸ ਵੇਲੇ ਪੀਐਮਓ ਸਟਰੋਂਗ ਹੋਇਆ ਤੇ ਸਟਰੋਂਗ ਲੀਡਰ ਦੇ ਤੌਰ ਦੇ ਉੱਤੇ ਉੱਭਰਿਆ। ਅਸੀਂ ਉਸ ਤੋਂ ਬਾਅਦ ਇਹ ਸਮਝ ਲਿਆ ਸੀ ਕਿ ਇਹ ਪ੍ਰੋਬਲਮੈਟਿਕ ਹੈ, ਪੋਸਟ ਐਮਰਜੈਂਸੀ ਇਹਦੇ ਬਾਰੇ ਸਾਨੂੰ ਕਲੈਰਿਟੀ ਸੀਗੀ, 80s ਨੇ ਕਲੈਰਿਟੀ ਦਿੱਤੀ ਰੱਖੀ। ਉਸ ਤੋਂ ਬਾਅਦ ਕਿਉਂਕਿ ਮਨੁੱਖਾਂ ਦੀ ਜਿਹੜੀ ਨੇਚਰ ਹੈ ਉਹ ਇੱਕ ਅਜਿਹੀ ਹੈ ਕਿ ਅਸੀਂ ਜੇ ਐਵੋਲੂਸ਼ਨਰੀ ਤੌਰ ਤੇ ਕੁਝ ਨਹੀਂ ਸਿੱਖਿਆ ਤਾਂ ਫਿਰ ਜਦੋਂ ਸਾਨੂੰ ਵਿਰਾਸਤ ਵਿੱਚ ਮਿਲ ਜਾਵੇ ਜਾਂ ਤੋਹਫੇ ਵਿੱਚ ਮਿਲ ਜਾਵੇ ਅਸੀਂ ਉਹਦੀ ਕਦਰ ਨਹੀਂ ਪਛਾਣੀ। ਵੈਸਟ ਦਾ ਬਹੁਤਾ ਹਿੱਸਾ ਡੈਮੋਕ੍ਰੇਸੀ ਵਿੱਚ ਇਵੋਲਵ ਹੋਇਆ, ਉਹਨਾਂ ਦਾ ਇੱਕ ਸੈਂਕੜੇ ਸਾਲਾਂ ਦਾ ਸਫ਼ਰ ਹੈ। ਹਿੰਦੁਸਤਾਨ ਦੇ ਵਿੱਚ ਜਿਹੜੀਆਂ ਨਿਯਮਤਾਂ ਅਸੀਂ ਲਈ ਬੈਠੇ ਹਾਂ, ਹਰ ਵਿਅਕਤੀ ਕੋਲ ਇੱਕ ਵੋਟ ਹੋਵੇਗੀ, ਦੇਸ਼ ਦੇ ਵਿੱਚ ਇੱਕ ਸੁਪਰੀਮ ਕੋਰਟ ਹੋਵੇਗੀ, ਇੱਕ ਪਾਰਲੀਮੈਂਟ ਹੋਏਗੀ, ਇਸ ਤਰ੍ਹਾਂ ਜੱਜਿਸ ਲੱਗਣਗੇ, ਏਦਾਂ ਐਮਪੀ ਚੁਣੇ ਜਾਣਗੇ, ਇਹ ਸਾਰੀਆਂ ਨਿਯਮਤਾਂ ਦਰਅਸਲ ਅਸੀਂ ਕਦੀ ਮੰਗ ਕੇ ਨਹੀਂ ਲਈਆਂ, ਇਹ ਸਿੱਧੀਆਂ ਤੋਹਫੇ ਵਿੱਚ ਆਈਆਂ ਸੀ। ਨਹਿਰੂ ਦੀ ਇੱਕ ਸਮਝ ਸੀਗੀ ਵੈਸਟਰਨ ਡੈਮੋਕ੍ਰੇਸੀ ਬਾਰੇ, ਉਹ ਬੇਸਿਕਲੀ ਸੋਸ਼ਲ ਡੈਮੋਕ੍ਰੇਟ ਸੀਗਾ ਤੇ ਉਹ ਉਸੇ ਤਰੀਕੇ ਨਾਲ ਉਹ ਸਟਰਕਚਰ ਦਾ ਸੀ। ਇਹਦਾ ਕਾਰਨ ਕੀ ਹੈ? ਵੈਸਟ ਨਾਲੋਂ ਅਸੀਂ ਰਿਵੈਲੀਅਨ ਘੱਟ ਆ। ਮੈਨੂੰ ਲੱਗਦਾ ਹੈ ਦੇਖੋ ਅਸੀਂ ਇੱਕ ਤਾਂ ਬਹੁਤ ਲੰਬਾ ਸਮਾਂ ਉਸ ਵੱਖ-ਵੱਖ ਕਿਸਮ ਦੀ ਗੁਲਾਮੀ ਦੇ ਵਿੱਚੋਂ ਰਹੇ ਆ। ਉਸ ਤੋਂ ਬਾਅਦ ਜਿਸ ਵੇਲੇ ਵੈਸਟਮਿੰਸਟਰ ਮਾਡਲ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਅਪਣਾ ਲਿਆ ਪਰ ਅਸੀਂ ਉਹਨੂੰ ਪਰਨਾਏ ਹੋਏ ਨਹੀਂ ਸੀਗੇ। ਸਾਡੇ ਗਲੀ ਮੁਹੱਲੇ ਦੇ ਵਿੱਚ ਜਸਟਿਸ ਦੀ ਜਿਹੜੀ ਸਮਝ ਹੈ ਉਹ ਅਜੇ ਵੀ ਉਹੋ ਜਿਹੀ ਹੈ। ਫਲਾਣੇ ਦੀ ਕੁੜੀ ਨਹੀਂ ਵਸ ਰਹੀ ਵੀ ਇਹਨਾਂ ਦਾ ਨਾ, ਇਹ ਕੁੜੀ ਦੇ ਮਾਪੇ ਇਹਨੂੰ ਖਰਾਬ ਕਰਦੇ ਹੋਣਗੇ। ਕੁੜੀ ਦੀ ਕੋਈ ਆਪਣੀ ਵੀ ਮਰਜ਼ੀ ਹੋਵੇਗੀ, ਕੁੜੀ ਸਮਾਜ ਨੂੰ ਕਾਰਨ ਦੱਸੇ ਬਿਨਾਂ ਵਸਣ ਤੋਂ ਇਨਕਾਰ ਕਰ ਸਕਦੀ ਹੈ ਤੇ ਅਜਿਹਾ ਕਰਨ ਦਾ ਉਹਦਾ ਸੰਪੂਰਨ ਰਾਈਟ ਹੈ। ਇਹੋ ਜੀ ਤੁਸੀਂ ਗੱਲ ਕਰੋ ਤਾਂ ਕਹਿਣਗੇ ਇਹ ਵੀ ਕੁੜੀ ਨੂੰ ਖਰਾਬ ਕਰਨ ਵਾਲਿਆਂ ਵਿੱਚੋਂ ਹੈ। ਇੱਕ ਸਾਡੇ ਅਸੀਂ ਇੰਡੀਵਿਜੂਅਲ ਦੇ ਉੱਤੇ ਇੰਨਾ ਜ਼ੋਰ ਨਹੀਂ ਦਿੱਤਾ, ਕਿ ਸਾਡਾ ਜ਼ੋਰ ਸ਼ੁਰੂ ਤੋਂ ਸਮਾਜ ਦੇ ਉੱਤੇ ਸੀ। ਸਮਾਜ ਦੀਆਂ ਰਿਗਰੈਸਿਵ ਟੈਂਡੈਂਸੀਜ਼ ਨਾਲ ਚੱਲਦੀਆਂ ਆਈਆਂ ਨੇ, ਉਹ ਅਜੇ ਵੀ ਨਾਲ ਨੇ। ਨਹਿਰੂ ਨੂੰ ਹਿੰਦੂ ਕੋਡ ਬਿੱਲ ਲਈ ਇੰਨੀ ਲੜਾਈ ਕਿਉਂ ਲੜਨੀ ਪਈ? ਅੰਬੇਦਕਰ ਨੂੰ ਇਵੈਂਚੁਅਲੀ ਕੈਬਨਿਟ ਦੇ ਵਿੱਚੋਂ ਬੇਇੱਜ਼ਤ ਕਰਕੇ ਡਿਸਗ੍ਰੇਸ ਰੂਪ ਦੇ ਵਿੱਚ ਕਿਉਂ ਕੱਢਣਾ ਪਿਆ? ਉਸ ਤੋਂ ਬਾਅਦ ਵੀ ਜਿਹੜਾ ਹਿੰਦੂ ਕੋਡ ਬਿੱਲ ਜਿਹੜਾ ਫਾਈਨਲੀ ਪਾਸ ਹੋਇਆ, ਉਹ ਟੁਕੜਿਆਂ ਵਿੱਚ ਪਾਸ ਹੋਇਆ 55-56 ਚ ਜਾ ਕੇ। ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਉਹਨਾਂ ਸਵਾਲਾਂ ਦੇ ਨਾਲ ਗੁੱਥਮ ਕਿ ਤਲਾਕ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਔਰਤ ਮਰਦ ਦੇ ਰਿਸ਼ਤੇ ਕਿੱਦਾਂ ਹੋਣੇ ਚਾਹੀਦੇ ਨੇ। ਇੱਕ ਇਹ ਵੀ ਲੱਗਦਾ ਕਿ ਜਦੋਂ ਕੋਈ ਵੀ ਪੋਲੀਟੀਕਲ ਧਿਰਾਂ ਇੱਕ ਮੂਵਮੈਂਟ ਚੋਂ ਆਉਂਦੀਆਂ ਨੇ ਸਾਂਝੀਆਂ, ਤਾਂ ਇੱਕ ਵੱਡੇ ਕੱਦ ਸਾਂਝੇ ਵੀ ਬਣਦੇ ਨੇ। ਜਿਵੇਂ ਜਵਾਹਰ ਲਾਲ ਨਹਿਰੂ ਬਹੁਤ ਵੱਡਾ ਲੀਡਰ ਦੇ ਤੌਰ ਤੇ ਸੀਗਾ, ਉਹਦੇ ਇੱਕ ਇਹ ਸੀ ਰਾਮ ਮਨੋਹਰ ਲੋਹੀਆ ਇੰਟੈਲੈਕਚੁਅਲੀ ਵੱਡੇ ਸੀ। ਉਹ ਨਹਿਰੂ ਨੂੰ ਇੱਕ ਚਿੱਠੀ ਲਿਖ ਦਿੰਦੇ ਨੇ ਉਦੋਂ ਵੀ, ਜਵਾਹਰ ਮੈਂ ਤੇਰੇ ਖਿਲਾਫ ਖੜਨ ਆ ਰਿਹਾ, ਮੈਂ ਹਾਰੂੰਗਾ ਤਾਂ ਸਹੀ ਪਰ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਹਿਸਟਰੀ ਦੇ ਵਿੱਚ, ਮੈਨੂੰ ਪਤਾ ਤੇਰੀਆਂ ਪਾਲਿਸੀਜ਼ ਦੇ ਦਾ ਭੱਠਾ ਬਿਠਾ ਦੇਣਗੀਆਂ, ਮੈਂ ਨੋਟ ਕਰਾਉਣਾ ਚਾਹੁੰਦਾ। ਨਹਿਰੂ ਵੀ ਉਹਦੇ ਮੁਕਾਬਲੇ ਚਿੱਠੀ ਲਿਖ ਦਿੰਦੇ ਨੇ ਇੱਕ, ਵੀ ਤੁਸੀਂ ਆਓ, ਮੈਂ ਤੁਹਾਡੀ ਕਦਰ ਕਰਦਾ ਹੋਇਆ ਮੈਂ ਆਪਣੇ ਕੰਸਟੀਚੁਐਂਸੀ 'ਚ ਪ੍ਰਚਾਰ ਕਰਨ ਨਹੀਂ ਜਾਊਂਗਾ। ਫਿਰ ਉਹ ਹਾਰ ਜਾਂਦਾ। ਹਾਰ ਜਾਣ ਤੋਂ ਬਾਅਦ ਫਿਰ ਨਹਿਰੂ ਚਿੱਠੀ ਲਿਖਦਾ ਵੀ ਮੈਨੂੰ ਜਵਾਹਰ ਕਹਿਣ ਵਾਲਾ ਇੱਕ ਪਰ ਲੋਕ ਸਭਾ ਦੇ ਵਿੱਚ ਚਾਹੀਦਾ, ਇਸ ਲਈ ਫਲਾਨੀ ਸੀਟ ਖਾਲੀ ਹੋਊਗੀ, ਉਹਦੇ ਤੇ ਖੜ, ਕਾਂਗਰਸ ਤੇਰੇ ਮੁਕਾਬਲੇ ਬੰਦਾ ਨਹੀਂ ਖੜਾ ਕਰੂਗੀ, ਤੈਨੂੰ ਪਾਰਲੀਮੈਂਟ 'ਚ ਹੋਣਾ ਚਾਹੀਦਾ। ਇਹ ਡੈਮੋਕ੍ਰੇਸੀ ਦਾ ਇੱਕ ਮਤਲਬ ਉਸ ਲੈਵਲ ਦਾ ਇੱਕ ਐਸਾ, ਉਹਦੇ ਚੋਂ ਨਿਕਲ ਕੇ ਆਏ ਹੋਏ ਸੀਗੇ ਬੰਦੇ। ਪੰਜਾਬ ਦੇ ਵਿੱਚ ਵੀ ਜਦੋਂ ਮੈਂ ਗੱਲ ਕਰਦਾ, ਜਦੋਂ ਅਕਾਲੀ ਦਲ ਮੋਰਚਾ ਚੋਂ ਆਇਆ ਸੀ, ਉਹਦੀ ਤਾਸੀਰ ਹੋਰ ਸੀ, ਉਹਦਾ ਬਿਲਕੁਲ ਕਰੈਕਟਰ ਹੋਰ ਸੀ। ਜੇ ਆਪਾਂ ਇੱਕ ਗੱਲ ਕਰਦੇ ਦੇਖੀਏ ਵੀ ਦੇਸ਼ ਦੇ ਵਿੱਚ ਉਹਨਾਂ ਨੂੰ ਪੰਜਾਬੀ ਅਜੇ ਵੀ ਇਹਦੇ ਨਾਲ ਅਸਹਿਜ ਮਹਿਸੂਸ ਨਹੀਂ ਕਰ ਰਿਹਾ, ਕਿ ਉਹ ਨਹੀਂ ਚਾਹੁੰਦਾ ਕਿਸੇ ਦੀ ਇੱਕ ਸਿੰਗਲ ਲੀਡਰ ਪਾਰਟੀ, ਉਹ ਨਹੀਂ ਚਾਹੁੰਦਾ ਸਿੰਗਲ ਲੈਵਲ ਦੇ ਮਾਮਲੇ 'ਚ। ਥੋੜਾ ਜਿਹਾ ਪਿੱਛੇ ਤਾਂ ਨਹੀਂ ਕਿਤੇ ਇਹ ਗੜਬੜ ਹੈ ਅਕਾਲੀ ਦਲ ਦੇ ਮਾਮਲੇ 'ਚ ਵੀ ਜਾਂ ਬਾਕੀ ਮਾਮਲੇ 'ਚ। ਮੈਨੂੰ ਰਾਜਨੀਤੀ ਬਾਰੇ ਬੜੀ ਸਮਝ ਨਹੀਂ, ਮੈਂ ਲੇਕਿਨ ਮੈਂ ਸਮਾਜ ਬਾਰੇ ਕਿ
ਇਹ ਨੈਤਿਕ ਕਦਰਾਂ ਕੀਮਤਾਂ ਦੀ ਵੀ ਕਿਤੇ ਵੀ ਉਹ ਰਾਜਨੀਤੀ ਚ ਕਿੰਨੇ ਆ, ਰਹਿਣ ਸਹਿਣ ਚ ਕਿੰਨੇ ਆ, ਪਰ ਸਮਾਜਿਕ ਸਮਾਜਿਕ ਕਦਰਾਂ ਕੀਮਤਾਂ ਤੇ ਸਾਡੀਆਂ ਉਹਦੇ ਤੇ ਖੁੱਲੇਗੀ ਨਾ ਇਹ ਵੀ ਗੱਲ ਵੀ ਅਸੀਂ ਕਿਸੇ ਨੂੰ ਕਿੰਨਾ ਕੁ ਬਰਾਬਰ ਦੇਖਦੇ ਪਏ ਆ, ਉਹਦਾ ਤੇ ਸਿੰਪਲ ਇਹਤਰਾਮ ਕਿੰਨਾ ਕਰਦੇ, ਮੀਨਿੰਗ ਕਿੰਨਾ ਦਿੰਦੇ ਆ। ਸਿੰਪਲ ਜੀ ਗੱਲ ਹੈ ਜੇ ਆਮ ਆਦਮੀ ਨੂੰ ਸਮਝਾਉਣਾ ਹੋਵੇ ਵੀ ਡੈਮੋਕ੍ਰੇਸੀ ਕਿਸ ਨੂੰ ਕਹਿੰਦੇ ਨੇ, ਜੇ ਕਮਰੇ ਵਿੱਚ ਮੇਰੇ 200 ਸਪੋਰਟਰ ਬੈਠੇ ਹੋਣ, ਤੁਸੀਂ ਵਿੱਚੋਂ ਕੋਈ ਗੱਲ ਕਰ ਰਹੇ ਹੋ, ਤੇ ਡੈਮੋਕ੍ਰੇਸੀ ਤਾਂ ਇਹ ਕਹਿੰਦੀ ਹੈ ਕਿ ਮੈਂ ਸਾਰਿਆਂ ਨੂੰ ਕਹਾਂ ਵੀ ਚੁੱਪ ਹੋ ਜਾਓ। ਬਲਵਿੰਦਰ ਹਰਾਂ ਕੋਲ ਉਹ ਵਾਲੀ ਦਲੀਲ ਹੈ ਜਿਹੜੀ ਮੇਰੀ ਦਲੀਲ ਦੇ ਪਰਛੇ ਉਡਾ ਕੇ ਰੱਖ ਦੇਗੀ, ਇਹਨਾਂ ਦੀ ਗੱਲ ਸੁਣੋ। ਤੇ ਕਰਦਾ ਮੈਂ ਕੀ ਆ, ਮੈਨੂੰ ਲੱਗਦਾ ਮੇਰੇ ਸਪੋਰਟਰ ਜਿੰਦਾਬਾਦ ਤਾੜੀਆਂ ਵੱਜਣੀਆਂ, ਤੇ ਮੇਰੀ ਦਲੀਲ ਦਾ ਸਤਿਆਨਾਸ਼ ਕਰ ਰਹੇ ਤੇ ਤੁਹਾਨੂੰ ਤੇ ਬੋਲਣ ਹੀ ਨਾ ਦਿੱਤਾ ਜਾਏ। ਡੈਮੋਕ੍ਰੇਸੀ ਅਸਲ ਵਿੱਚ ਮਨੁੱਖਾਂ ਨੂੰ ਕੁਦਰਤੀ ਤੌਰ ਤੇ ਨਹੀਂ ਉਤਰਦੀ, ਇਹ ਤੇ ਇਹਦਾ ਮੁੱਲ ਦੇਣਾ ਪੈਂਦਾ। ਇੱਕ ਕੰਸੀਡਰੇਸ਼ਨ ਐਪਲੀਕੇਸ਼ਨ ਆਫ ਮਾਈਂਡ ਹੈ, ਡੈਮੋਕ੍ਰੈਟਿਕ ਹੋਣਾ ਪੈਂਦਾ। ਇਹ ਮੈਂ ਇਸ ਲਈ ਪੁੱਛਿਆ ਕਿਉਂਕਿ ਜਦੋਂ ਅਸੀਂ ਅੱਜ ਦੇ ਦੌਰ ਦੇ ਸੋਸ਼ਲ ਮੀਡੀਆ ਤੇ ਜਾਂਦੇ ਹਾਂ, ਤੁਸੀਂ ਕੋਈ ਸਿਆਣੀ ਸੱਚੀ ਸਹੀ ਗੱਲ ਇਤਿਹਾਸਕ ਹਵਾਲੇ ਨਾਲ ਕਰ ਲਓ, ਉਹਦੇ ਰੈਫਰੈਂਸ ਨਾਲ ਕਰ ਲਓ, ਪਰ ਜੇ ਪੂਰੀ ਭੀੜ ਨੂੰ ਪਸੰਦ ਨਹੀਂ ਤਾਂ ਉਹ ਫਿਰ ਤੁਹਾਨੂੰ ਗਾਲੀ ਗਲੋਚ ਤੱਕ ਆ ਤੁਸੀਂ ਭੀੜ ਤੇ ਲੈ ਜਾਓਗੇ ਤਾਂ ਗੱਲ ਨਾਲ ਹੀ ਹੋਵੇਗਾ, ਚੰਗੀ ਨਾਲ ਵੀ ਮਾੜੀ ਨਾਲ ਵੀ ਇਸੇ ਤਰੀਕੇ ਨਾਲ। ਫਿਰ ਹੁਣ ਜੇ ਭੀੜ ਸ਼ਖਸੀਅਤ ਨੂੰ ਉਸਾਰ ਰਹੀ ਹੈ, ਲੋਕ ਮਤਲਬ ਲੀਡਰ ਭੀੜ ਚੋਂ ਪੈਦਾ ਹੁੰਦੇ ਨੇ, ਫਿਰ ਤੁਸੀਂ ਉਹਦੇ ਤੋਂ ਤਵੱਕੋ ਕਿਵੇਂ ਰੱਖੋਗੇ? ਇੱਕ ਹੋਰ ਗੱਲ ਵੀ ਹੈ, ਤੁਸੀਂ ਦੇਖੋ ਇਹ ਵਿਚਾਰਾਂ ਦੀ ਗੱਲ ਹੈ। ਮੈਂ ਜੇਕਰ ਸਮਝ ਇੱਕ ਇਲੈਕਸ਼ਨ ਹੈ, ਮੰਨ ਲਓ ਇੱਕ ਜਮਾ ਪਿੰਡ ਦੀ ਇਲੈਕਸ਼ਨ ਹੈ, ਅਨਪੜ੍ਹ ਪੰਚ ਸਰਪੰਚ ਕਿਵੇਂ ਚੁਣੇ ਜਾਂਦੇ ਨੇ, ਹਨਾ। ਦੂਜੀ ਬਹੁਤ ਪੜ੍ਹੇ ਲਿਖੇ ਮਾਮਲਿਆਂ ਦੇ ਯੂਨੀਵਰਸਿਟੀਆਂ ਚ ਸਟੂਡੈਂਟ ਇਲੈਕਸ਼ਨ ਹੈ, ਪੱਤਰਕਾਰਾਂ ਦੀ ਪ੍ਰੈਸ ਕਲੱਬ ਦੀ ਇਲੈਕਸ਼ਨ ਹੈ। ਇੱਕ ਵੀ ਫਰਕ ਦਿਖਾਓ ਕੁਆਲਿਟੀ ਦੇ ਵਿੱਚ ਨਹੀਂ ਹੈਗਾ। ਵਕੀਲਾਂ ਦੀ ਬਾਹਰ ਦੇ ਵਿੱਚ ਇਲੈਕਸ਼ਨ ਹੈ, ਉਹੀ ਸ਼ਰਾਬਬਾਜੀ, ਉਹੀ ਨਸ਼ੇਬਾਜੀ, ਉਹੀ ਸਪਾਂਸਰਸ਼ਿਪ, ਉਹੀ ਝੂਠ, ਉਹੀ ਬਲੇਮਬਾਜੀ। ਤਾਂ ਪੜ੍ਹਿਆ ਲਿਖੀ ਕਲਾਸ ਕੋਈ ਅਲੱਗ ਕਰੈਕਟਰ ਦਾ ਵੈਲਿਊ ਸਿਸਟਮ ਤਾਂ ਸਿਰਜੇ ਮਾੜੀ ਮੋਟੀ। ਹੁਣ ਮੇਰਾ ਸਵਾਲ, ਉਹਦਾ ਇੱਕ ਮੇਰਾ ਸਵਾਲ, ਮੇਰੀ ਭੂਮਿਕਾ ਬਦਲ ਗਈ, ਮੇਰੀ ਭੂਮਿਕਾ ਬਦਲ ਰਹੀ ਹੈ ਹੁਣ। ਲੇਖਕ ਸਭਾਵਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਵੀ ਟਰੱਕਾਂ ਵਿੱਚ ਲੁੱਟਾ ਟੋਕੀ ਦੀ ਮੈਨੂੰ ਲੱਗਦਾ ਮੇਰੀ ਭੂਮਿਕਾ ਐਂਕਰ ਵਾਲੀ ਹੋ ਰਹੀ ਹੈ ਹੁਣ। ਮੇਰਾ ਸਵਾਲ ਇਹ ਹੈ ਕਿ ਇਹ ਹੋ ਰਿਹਾ, ਮਤਲਬ ਜਿੱਥੋਂ ਆਪਾਂ ਗੱਲ ਸ਼ੁਰੂ ਹੋਈ, ਇੱਕ ਵਿਚਾਰਕ ਤੋਂ ਸ਼ਖਸੀਅਤ ਦੀ ਗੱਲ ਹੋ ਗਈ, ਵੱਡੀ ਸ਼ਖਸੀਅਤ ਦੀ ਗੱਲ ਕੀਤੀ ਹੈ। ਜਿਸ ਦੌਰ ਚ ਆਪਾਂ ਲੰਘ ਰਹੇ, ਇਹ ਕਿਹਦੇ ਤੋਂ ਉਮੀਦ ਕੀਤੀ ਜਾ ਸਕਦੀ ਹੈ, ਕਿਸ ਤਬਕੇ ਤੋਂ ਉਮੀਦ ਕੀਤੀ ਜਾ ਸਕਦੀ ਹੈ, ਕਿਹੜੇ ਨੈਤਿਕ ਕਦਰਾਂ ਕੀਮਤਾਂ ਤੋਂ, ਕਿ ਆਉਣ ਵਾਲੇ ਸਮੇਂ ਚ ਇਸ ਨੂੰ ਬਦਲਿਆ ਜਾ ਸਕਦਾ? ਜਿਹੜੀ ਗੱਲ ਅਸੀਂ ਉਮੀਦ ਰੱਖ ਰਹੇ ਹਾਂ ਉਹ ਤੈਅ ਕੀਤੀ ਜਾ ਸਕਦੀ ਹੈ। ਹਰ ਸਮਾਂ ਜਿਹੜਾ ਹੁੰਦਾ ਉਹਦੇ ਵਿੱਚ ਸਮਾਜ ਨੂੰ ਕੇਵਲ ਤੇ ਕੇਵਲ ਇਲੀਟ ਲੀਡ ਕਰਦਾ ਹੁੰਦਾ। ਹਾਂ, ਦੁਨੀਆ ਦੇ ਵਿੱਚ ਜਦੋਂ ਵੀ ਕੁਝ ਬਦਲਿਆ ਬਹੁਤ ਵੱਡੇ ਲੈਵਲ ਤੇ, ਯਾਦ ਕਰਕੇ ਦੇਖੋ, ਇਵੈਂਚੁਅਲੀ 10-15 ਲੋਕਾਂ ਨੇ ਕਮਰੇ ਵਿੱਚ ਬੈਠ ਕੇ ਫੈਸਲਾ ਕੀਤਾ ਤੇ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਲੀਟ ਸ਼ਬਦ ਦੀ ਅਨਫੋਰਚੂਨੇਟਲੀ ਵਰਤੋਂ ਜਿਹੜੀ ਉਹਦੇ ਇਹੋ ਜਿਹੇ ਅਰਥਾਂ ਵਿੱਚੋਂ ਕਰਦੇ ਹਾਂ ਜਿਹੜੇ ਉਹਦੇ ਅਰਥ ਹੈ ਨਹੀਂ। ਉਹ ਬੇਸਿਕਲੀ ਕਬਜ਼ਾ ਮਾਰਕਸਿਸਟ ਪੁਆਇੰਟ ਤੋਂ ਕਰਨ ਲੱਗੇ। ਦਰਅਸਲ ਸਾਡੀ ਇੱਛਾ ਹੁੰਦੀ ਹੈ ਕਿ ਹਰ ਵਿਅਕਤੀ ਇਲੀਟ ਹੋਵੇ। ਸਾਡੀ ਸਾਰੀ ਲੜਾਈ ਕਿਸ ਗੱਲ ਦੀ? ਸਿੱਖਿਆ ਦਾ ਪਸਾਰ ਹੋਵੇ, ਸਭ ਨੂੰ ਸਿਹਤ ਸਹੂਲਤਾਂ ਮਿਲਣ, ਲੋਕਾਂ ਕੋਲ ਜ਼ਮੀਨ ਹੋਵੇ, ਲੈਂਡਲੈਸ ਨੂੰ ਜ਼ਮੀਨ ਮਿਲੇ, ਹਾਸ਼ੀਏ ਧੱਕੇ ਨੂੰ ਹਾਸ਼ੀਏ ਦੇ ਅੰਦਰ ਲਿਆਂਦਾ ਜਾਵੇ। ਬੇਸਿਕਲੀ ਸਾਡੀ ਜੱਦੋ-ਜਹਿਦ ਹੈ ਕਿ ਤੁਸੀਂ ਇਲੀਟ ਵੱਲ ਇੱਕ ਕਦਮ ਹੋਰ ਵਧਦੇ ਰਹੋ। ਤਾਂ ਫਿਰ ਅਜੇ ਵਿੱਚ ਜ਼ਿੰਮੇਵਾਰੀ ਇਲੀਟ ਦੇ ਉੱਤੇ ਆਉਂਦੀ। ਜਿਸ ਵੇਲੇ ਅਸੀਂ ਬ੍ਰਾਹਮਣਾਈਜੇਸ਼ਨ ਦੇ ਦੌਰ ਦੇ ਖਿਲਾਫ ਸਭ ਤੋਂ ਅੱਗੇ ਹੋ ਕੇ ਕੌਣ ਲੜੇ? ਉਹ ਜਿਨ੍ਹਾਂ ਕੋਲ ਗਿਆਨ ਸੀ, ਜਿਹੜੇ ਇਸ ਦੀਆਂ ਬਰੀਕੀਆਂ ਨੂੰ ਤੇ ਵੀਕਨੈਸਸ ਨੂੰ ਸਮਝਦੇ ਸੀ, ਉਹ ਲਾਰਜਲੀ ਬ੍ਰਾਹਮਣ ਸਮਾਜ ਦੇ ਵਿੱਚੋਂ ਸੀ। ਉਹ ਖਾਸ ਸੀ ਬ੍ਰਾਹਮਣ ਚੋਂ ਵੀ ਸੀ, ਦੂਸਰੇ ਪਰ ਸਾਰੇ ਇਕੱਠੇ ਹੋ ਗਏ। ਜਿਵੇਂ ਕਬੀਰ ਨੇ, ਫਰੀਦ ਨੇ, ਗੁਰੂ ਨਾਨਕ ਸਾਹਿਬ ਨੇ, ਸਾਰੇ ਜਿਹੜੇ ਇਕੱਠੇ ਹੋਏ ਉਦੋਂ ਦਾ ਬੰਦਾ, ਉਹਨਾਂ ਨੇ ਆਪਣੇ ਤਰੀਕੇ ਨਾਲ ਇੱਕ ਗੱਲ ਕੀਤੀ ਨਾ ਜਾ ਕੇ। ਪਿੱਛੇ ਕਿਸਾਨ ਮੋਰਚੇ ਚ ਤੁਸੀਂ ਦੇਖੋ ਕਿ ਯੂਨੀਵਰਸਿਟੀ ਕਾਲਜਾਂ ਵਾਲੇ ਜਿਹੜੇ ਅਕੈਡਮਿਸ਼ਨ ਨੇ, ਜਿਹੜੇ ਜਿਨ੍ਹਾਂ ਨੂੰ ਤੁਸੀਂ ਉਮੀਦ ਰੱਖਦੇ, ਉਹ ਕਿਤੇ ਫਲॉप ਹੋਏ ਨੇ, ਉਹ ਤੇ ਕਿਤੇ ਦਿਸੇ ਨਹੀਂ। ਇਹ ਤਾਂ ਗੱਲ ਹੈ ਹੀ। ਇਸੇ ਲਈ ਇੱਕ ਕ੍ਰਾਈਸਿਸ ਵੀ ਹੈ ਕਿ ਅਸੀਂ ਅੰਡਰਸਟੈਂਡ ਨਹੀਂ ਕਰ ਪਾ ਰਹੇ ਕਿ ਪ੍ਰੋਬਲਮ ਕੀ ਹੈ। ਮਤਲਬ ਰੋਗ ਦੀ ਇੱਕ ਡਾਇਗਨੋਜ਼ ਕਰਨਾ ਹੁੰਦਾ ਨਾ, ਡਾਇਗਨੋਜ਼ ਹੋ ਜੇ ਉਸ ਤੋਂ ਬਾਅਦ ਹੀ ਟ੍ਰੀਟਮੈਂਟ ਸ਼ੁਰੂ ਹੋਏਗਾ, ਕੋਈ ਇਲਾਜ ਸ਼ੁਰੂ ਹੋਏਗਾ। ਮੇਰਾ ਇੱਕ ਹੁਣ ਹੋਰ, ਮੈਂ ਬਿਲਕੁਲ ਚੀਜ਼ ਹੈ, ਕਿਆ ਨਿਤਸ਼ੇ ਵਾਂਗੂ ਕੋਈ ਮਹਾਮਾਨਵ ਆਏਗਾ ਕਿ ਫੇਰ ਇਹ ਬਦਲ ਜਾਏਗੀ? ਮਸਾਇਆ ਦੀ ਤਲਾਸ਼ ਦੇ ਪ੍ਰੋਬਲਮ ਸਾਡੇ ਸਮਾਜ ਨੂੰ ਬੜੀ ਦੇਰ ਤੋਂ ਹੈਗੀ ਹੈ। ਤੇ ਮੈਂ ਤਾਂ ਸਾਰੇ ਦੱਖਣੀ ਏਸ਼ੀਆ ਦੇ ਵਿੱਚ ਇਹ ਦੇਖਦਾ ਵੀ ਕੋਈ ਨਾ ਕੋਈ ਮਸਾਇਆ ਆਏਗਾ ਤੇ ਚੀਜ਼ਾਂ ਨੂੰ ਬਦਲ ਦੇਗਾ। ਪਰ ਇਵੈਂਚੁਅਲੀ ਜਿਹੜੀ ਹਮੀਰ ਜੀ ਨੇ ਗੱਲ ਕੀਤੀ ਸੀਗੀ, ਉਹਨਾਂ ਨੇ ਉਹ 95 ਜਨਮ ਦਿਨ ਵਾਲੀ ਵੀ ਗੱਲ ਕੀਤੀ। ਅੱਜ ਅਕਾਲੀ ਦਲ ਕਿੰਨੀ ਮੰਝਧਾਰ ਦੇ ਵਿੱਚ ਫਸਿਆ ਹੋਇਆ। ਜਿਹੜਾ ਇਹਨਾਂ ਨੇ ਤਮਾਮ ਕਿਹਾ ਵੀ ਇਹ ਸਾਰੀ ਸੋਚ ਹੁੰਦੀ ਸੀ, ਇਸ ਤਰ੍ਹਾਂ ਕਮੇਟੀਆਂ ਹੁੰਦੀਆਂ ਸੀ, ਧਾਰਾਵਾਂ। ਨਹੀਂ, ਅਕਾਲੀ ਦਲ ਜਿੱਥੋਂ ਉਦੈ ਹੋਇਆ ਆਬਵੀਅਸਲੀ ਸੀਗਾ ਹੁੰਦਾ। ਉਹਦਾ ਮਤਲਬ ਇਹ ਵੀ ਹੁੰਦਾ ਜੇ ਉਦੋਂ ਇਨਪੁਟਸ ਲਗਾਤਾਰ ਜ਼ਮੀਨ ਤੋਂ ਆਉਂਦੀਆਂ ਰਹਿੰਦੀਆਂ ਤਾਂ ਤੁਸੀਂ
ਮੌਕਾ ਬੇਮੌਕਾ ਬਾਮੌਕਾ ਲਗਾਤਾਰ ਕਰੈਕਟਿਵਸ ਅਪਲਾਈ ਕਰਦੇ ਰਹਿੰਦੇ ਹੋ। ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜੇ ਕੇਵਲ ਤੇ ਕੇਵਲ ਇੱਕ ਨੇਤਾ ਦੀ ਸੁਣੀ ਜਾ ਰਹੀ ਹੈ, ਜੇ ਕੇਵਲ ਇੱਕ ਪਰਿਵਾਰ ਦੀ ਸੁਣੀ ਜਾਏਗੀ, ਤਾਂ ਉਹ ਕਰੈਕਟਿਵਸ ਅਪਲਾਈ ਨਹੀਂ ਹੋ ਪਾਣਗੇ। ਮਤਲਬ ਨੇਤਾ ਨੂੰ ਫੀਡਬੈਕ ਲਈ ਸਿਸਟਮ ਚਾਹੀਦਾ ਹੁੰਦਾ। ਜੇ ਨੇਤਾ ਸਿਰਫ ਉਹੀ ਗੱਲਾਂ ਸੁਣਨੀਆਂ ਚਾਹੇ ਤੇ ਲੋਕ ਫਿਰ ਇਹ ਪੁੱਛ ਕੇ ਆਉਂਦੇ ਨੇ ਵੀ ਰਾਹੁਲ ਗਾਂਧੀ ਨੂੰ ਗੁਲਾਬੀ ਰੰਗ ਪਸੰਦ ਹੈ ਕਿ ਨਹੀਂ। ਉਹਨੇ 10-5 ਮਿੰਟ ਲਈ ਮਿਲਣਾ ਹੁੰਦਾ, ਉਹਨੂੰ ਲੱਗਦਾ ਮੈਂ ਰਿਸਕ ਕਿਉਂ ਲਵਾਂ, ਮੈਂ ਗੁਲਾਬੀ ਰੰਗ ਦੀ ਕਮੀਜ਼ ਹੀ ਨਹੀਂ ਪਾਣੀ। ਅੱਜ ਨੇਤਾ ਦਾ ਮੂਡ ਕਿਸ ਤਰੀਕੇ ਦਾ, ਮੈਂ ਉਸ ਦਿਨ ਜਾ ਕੇ ਆਪਣੀ ਗੱਲ ਕਹਿਣੀ ਹੈ। ਜੇ ਸਭ ਕੁਝ ਨੇਤਾ ਦੇ ਉੱਤੇ, ਨੇਤਾ ਦੇ ਮੂਡ ਦੇ ਉੱਤੇ, ਉਹਦੀਆਂ ਵਿਮਸ ਐਂਡ ਫੈਂਸੀਜ਼ ਦੇ ਉੱਤੇ ਹੋ ਜਾਏਗਾ, ਤਾਂ ਫਿਰ ਸਿਰਫ ਨੇਤਾ ਦਾ ਹੀ ਦਿਮਾਗ ਚੱਲੇਗਾ। ਜੇ ਮੰਨ ਲਓ ਤੁਸੀਂ ਅਖਬਾਰ ਦੇ ਐਡੀਟਰ ਹੋ ਨਾ ਵੀਰ ਜੀ, ਤੇ ਸਾਰਿਆਂ ਨੂੰ ਪਤਾ ਹੋਵੇ ਵੀ ਐਡੀਟਰ ਦੀ ਪਸੰਦ ਨਾ ਪਸੰਦ ਇਹ ਹੈ, ਤਾਂ ਬਾਕੀ ਦੇ 300 ਦਿਮਾਗਾਂ ਨੂੰ ਫਿਰ ਤੇ ਗੱਲ ਆਪਣੀ ਉੱਥੇ ਆ ਗਈ ਵੀ ਫਿਰ ਨੇਤਾ ਹੀ ਸ਼ਖਸੀਅਤ ਹੈ। ਫਿਰ ਤੇ ਨਹੀਂ, ਜਿਹੜੀ ਹਿਸਟਰੀ ਜੇ ਅਸੀਂ ਆਪਣੇ ਤੋਂ ਹੀ ਅੰਦਾਜ਼ਾ ਲਾਈਏ, ਤੁਸੀਂ ਦੇਖੋ ਕਿੰਨਾ ਚਿਰ ਲੜਦੇ ਰਹੇ ਫਰਾਂਸ ਤੇ ਜਰਮਨੀ, 400 ਸਾਲ ਲੜਿਆ, ਇੰਨੇ ਵੱਢ ਤੇ ਲੋਕ, ਇੰਨਾ ਬਲੱਡ ਸ਼ੈਡ ਹੋਇਆ, ਪਰ ਉਹਨਾਂ ਨੇ ਸਮਾਂ ਖਪਾਇਆ ਫਿਰ ਜਮਹੂਰੀਅਤ ਦੇ ਵਿੱਚ ਨਾ, ਵੀ ਐ ਨਹੀਂ ਚੱਲਣਾ, ਇਹਦਾ ਕੁਝ ਕਰੋ, ਇਹਦਾ ਸੰਵਾਦ। ਫਿਰ ਵੱਡੀਆਂ ਯੂਨੀਵਰਸਿਟੀਆਂ ਖੜੀਆਂ ਹੋਈਆਂ, ਇੰਸਟੀਟਿਊਸ਼ਨਸ ਬਿਲਡ ਕੀਤੀਆਂ ਵੱਖ-ਵੱਖ। ਸਾਡੀ ਹਿਸਟਰੀ 'ਚ ਵੀ ਜਦੋਂ ਅਸੀਂ ਸਾਡੇ ਕ੍ਰਾਈਸਿਸ ਆਏ, ਸਪੋਜ਼ ਕਰੋ ਗੁਰੂ ਨਾਨਕ ਦਾ ਮਤਲਬ ਕੱਲਾ ਅਕਾਲੀ ਦਲ ਨਹੀਂ ਹੈ, ਕੱਲਾ ਬਾਕੀ ਚੀਜ਼ਾਂ ਨਹੀਂ ਹੈ, ਉਹਨੇ ਸੋਚਣ ਦਾ ਇੱਕ ਨਜ਼ਰੀਆ ਦਿੱਤਾ, ਸਰਬੱਤ ਦੇ ਭਲੇ ਦਾ ਇੱਕ ਨਜ਼ਰੀਆ, ਇੱਕ ਯੂਨੀਵਰਸਲ ਕਨਸੈਪਟ, ਈਵਨ ਬ੍ਰਹਿਮੰਡ ਕਿਵੇਂ ਚੱਲਦਾ ਹੈ ਇਹਨੂੰ ਵੀ ਦੇਖਿਆ, ਬਾਕੀ ਚੀਜ਼ਾਂ ਨੇ। ਉਦੋਂ ਬਾਅਦ ਉਹ ਜਿਹਾ ਬੰਦਾ ਸਿਰਜਣ ਦੀ ਟਰਾਈ ਵੀ ਕੀਤੀ, ਆਰਗੇਨਾਈਜੇਸ਼ਨ ਸਿਰਜਣ ਦੀ ਵੀ ਟਰਾਈ ਕੀਤੀ, ਨਹੀਂ ਉਹ ਹੋਇਆ ਵੀ। ਉਹਦੀ ਜੇ ਪੰਜਾਬ ਦੇ ਵਿੱਚ ਕੰਪੈਰੀਟਿਵਲੀ ਅਦਰ ਸਟੇਟਸ ਦੇ ਮੁਕਾਬਲੇ ਜਾਤੀ ਪਾੜਾ ਘੱਟ ਹੈ ਮੁਕਾਬਲਤਨ, ਐ ਨਹੀਂ ਕਿ ਖਤਮ ਹੋ ਗਿਆ, ਮਤਲਬ ਇਹ ਕੰਟੀਨਿਊ ਪ੍ਰੋਸੈਸ ਹੁੰਦਾ, ਤਾਂ ਉਹਦਾ ਉਹ ਮੂਵਮੈਂਟ ਦਾ ਬਹੁਤ ਬੜਾ ਰੋਲ ਹੈ ਉਹਦੇ ਵਿੱਚ। ਐ ਨਹੀਂ ਕਹਿ ਸਕਦੇ ਕਿ ਉਹਦੇ ਚ ਜਿਹੜੀ ਸੰਗਤ ਤੇ ਪੰਗਤ ਦਾ ਪ੍ਰੈਕਟੀਕਲ ਧਾਰਨਾ ਸੀ ਕਿ ਗੁਰਦੁਆਰੇ ਚ ਤੁਹਾਨੂੰ ਐ ਨਹੀਂ ਕਹੂਗਾ ਕਿ ਮੇਰੇ ਨਾਲ ਨਾ ਬੈਠ ਤੂੰ, ਇਹ ਉਦੋਂ ਦੀ ਸਟਾਰਟ ਕੀਤੀ ਹੋਈ ਇੱਕ ਬਰਾਬਰੀ ਦੀ ਵੱਡੀ ਮੂਵਮੈਂਟ ਹੈ, ਮਤਲਬ ਜਿਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਭਾਜੀ ਮੰਨ ਲਓ ਮੂਵਮੈਂਟਸ ਤੋਂ ਬਿਨਾਂ ਨਹੀਂ। ਹਮੀਰ ਸਰ ਗੱਲ ਕਰ ਰਹੇ ਆ ਵੀ ਛੂਆ-ਛੂਤ ਸੀਗੀ ਕਿ ਤਾਂ ਸੰਗਤ ਤੇ ਪੰਗਤ ਦਾ ਇੱਕ ਕਨਸੈਪਟ ਆਉਂਦਾ ਹੈ ਨਾ, ਗੁਲਾਮੀ ਸੀ ਤਾਂ ਸਾਡਾ ਰਾਸ਼ਟਰ ਕੌਮੀ ਮੁਕਤੀ ਲਹਿਰ ਆਉਂਦੀ ਹੈ ਨਾ। ਕਿਆ ਸਾਨੂੰ ਉਸ ਕਿਸਮ ਦੀਆਂ ਆਪੋਜ਼ਿਟ ਪਰਿਸਥਿਤੀਆਂ, ਹਾਲਾਤਾਂ ਦੀ ਵੇਟ ਕਰਨੀ ਪਏਗੀ ਕਿ ਸਥਿਤੀਆਂ ਹੋਣਗੀਆਂ ਫਿਰ ਸਮਾਜ ਸੁਧਾਰ ਆਏਗਾ? ਕਿੰਨੀਆਂ ਸਥਿਤੀਆਂ ਖਰਾਬ ਹੋਣੀਆਂ ਨੇ ਕਿ ਅਸੀਂ ਠੀਕ, ਉਹਦਾ ਕੋਈ ਡਿਗਰੀ, ਉਹਦਾ ਕੋਈ ਅਸੀਂ ਵੇਟ ਕਰਾਂਗੇ ਜਾਂ ਕਿਸ ਤਰ੍ਹਾਂ ਦਾ ਹੋਏਗਾ? ਕੁਛ ਨਹੀਂ ਹੈ। ਦੇਖੋ, ਇੱਕ ਤਾਂ ਸੁਪਨੇ ਸਾਡੇ ਇਹ ਜ਼ਰੂਰ ਹੁੰਦੇ ਨੇ ਕਿ ਅਸੀਂ ਸ਼ਖਸੀਅਤਵਾਦ ਤੋਂ ਪੂਰਨ ਤਰੀਕੇ ਨਾਲ ਛੁਟਕਾਰਾ ਪਾ ਲਈਏ, ਪਰ ਜੇ ਤੁਸੀਂ ਇੰਝ ਸਮਝੋ ਕਿ ਫਿਰ ਇਲੈਕਸ਼ਨਾਂ ਇਦਾਂ ਹੋਣਗੀਆਂ ਜਦੋਂ ਪੋਸਟਰਾਂ ਦੇ ਉੱਤੇ ਕਿਸੇ ਦੀ ਫੋਟੋ ਨਹੀਂ ਹੋਏਗੀ, ਕੋਈ ਨੋਮੀਨੇਟ, ਸਾਡੇ ਤਾਂ ਐਂਬੂਲੈਂਸਾਂ ਤੇ ਫੋਟੋਆਂ ਰਹੀਆਂ ਲੋਕ ਲੀਡਰਾਂ ਦੀਆਂ, ਪਾਰਟੀਆਂ ਤੇ, ਉਹ ਵੀ ਨਹੀਂ, ਔਰ ਲੀਡਰ ਆਪਣਾ ਰੋਲ ਪਲੇ ਕਰਦੇ ਨੇ। ਇੱਕ ਬੜੀ ਸਟਰੋਂਗ ਐਂਟੀ ਸਲੇਵਰੀ ਮੂਵਮੈਂਟ ਚੱਲ ਰਹੀ ਸੀ ਤੇ ਬੜੀ ਸਟਰੋਂਗ ਸਿਵਲ ਰਾਈਟਸ ਮੂਵਮੈਂਟ ਚੱਲ ਰਹੀ ਸੀ, ਜਿਹਦੇ ਵਿੱਚੋਂ ਉਭਰ ਕੇ ਸੈਲਮਾ ਬ੍ਰਿਜ ਦਾ ਇੱਕ ਇਨਸੀਡੈਂਟ ਆਉਂਦਾ, ਉਹਦੇ ਵਿੱਚੋਂ ਮਾਰਟਿਨ ਲੂਥਰ ਕਿੰਗ ਵਰਗੀਆਂ ਪਰਸਨੈਲਿਟੀਜ਼ ਉਭਰਦੀਆਂ ਨੇ। ਉਹਦੇ ਵਿੱਚੋਂ ਇੱਕ ਦਿਨ ਇੱਕ ਜਨਾਨੀ ਸਿਰਫ ਬੱਸ ਦੇ ਵਿੱਚ ਬੈਠੀ ਹੈ, ਕਹਿੰਦੀ ਵੀ ਮੈਂ ਆਪਣੀ ਸੀਟ ਨਹੀਂ ਬਦਲਦੀ, ਮੈਂ ਨਹੀਂ ਅਥਾਰਟੀ, ਤੇ ਪੂਰਾ ਮੁਲਕ ਹਿਲ ਜਾਂਦਾ ਔਰ ਸਾਰੀ ਸਿਵਲ ਰਾਈਟਸ ਮੂਵਮੈਂਟ ਬਦਲ ਕੇ ਰੱਖ ਦਿੰਦੀ ਹੈ ਰੋਜ਼ਾ ਪਾਰਕਸ ਇਕੱਲੀ। ਹੁਣ ਕੁਐਸਚਨ ਇਹ ਹੈ ਕਿ ਕੀ ਰੋਜ਼ਾ ਪਾਰਕਸ ਏਡੀ ਵੱਡੀ ਲੀਡਰ ਸੀ? ਦਰਅਸਲ ਕੀ ਮਾਰਟਿਨ ਲੂਥਰ ਕਿੰਗ ਦੀ ਕਤਲ ਤੋਂ ਬਾਅਦ ਸਿਵਲ ਰਾਈਟਸ ਮੂਵਮੈਂਟ ਨੂੰ ਕੋਈ ਨੁਕਸਾਨ ਪੁੱਜਿਆ? ਕਿਆ ਇਰਾਨ ਦਾ ਹਿਜਾਬ ਦਾ ਮੂਵਮੈਂਟ ਵੀ, ਹਿਜਾਬ ਦਾ ਮੂਵਮੈਂਟ ਵੀ ਇਸੇ ਰੈਫਰੈਂਸ ਹੈ? ਕੋਈ ਵੱਡੇਰਾ ਚਿਹਰਾ ਨਹੀਂ ਹੈਗਾ, ਇੱਕ ਸਿੰਗਲ ਚਿਹਰਾ ਕੋਈ ਮੂਵਮੈਂਟ ਲੀਡ ਕਰ ਰਿਹਾ ਹੋਵੇ। ਸਾਰਾ ਮਤਲਬ ਇੱਕ ਫਰੂਟ ਵਾਲੇ ਤੋਂ ਕਿਸੇ ਦੀ ਛੋਟੀ ਜਿਹੀ ਲੜਾਈ ਹੋ ਗਈ ਤੇ ਉੱਥੇ ਇੱਕ ਮੌਤ ਹੋ ਗਈ, 10 ਮੁਲਕਾਂ ਦੀਆਂ ਸਰਕਾਰਾਂ ਟਕ 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 ਕਰਕੇ ਗਿਰਦੀਆਂ ਚਲੀਆਂ ਗਈਆਂ, ਜਿਹਦਾ ਨਾਂ ਅਸੀਂ ਅਰਬ ਸਪਰਿੰਗ ਕਹਿੰਦੇ ਹਾਂ। ਉਹ ਮਤਲਬ ਨਾ ਉਹ ਟਿਊਨੀਸ਼ੀਆ ਦਾ ਫਰੂਟ ਵਾਲਾ ਕੋਈ ਵੱਡਾ ਲੀਡਰ ਸੀ, ਨਾ ਸਾਨੂੰ ਅੱਜ ਉਹਨਾਂ ਲੀਡਰਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਨਾਮ ਯਾਦ ਹੈ। ਪਰ ਇਹਦਾ ਮਤਲਬ ਹੈ ਜਿਸ ਵੇਲੇ ਆਈਡੀਆ ਸ਼ਖਸੀਅਤਾਂ ਤੋਂ ਵੱਡਾ ਹੋਏਗਾ ਤਾਂ ਉਹ ਬਹੁਤ ਸ਼ਖਸੀਅਤਾਂ ਨੂੰ ਵੱਡਾ ਕਰਦਾ ਚਲਾ ਜਾਏਗਾ। ਜੇ ਸ਼ਖਸੀਅਤ ਆਈਡੀਆ ਤੋਂ ਵੱਡੀ ਹੋਏਗੀ ਤਾਂ ਉਹ ਕਿੰਨੀ ਵੀ ਚੰਗੀ ਹੋਵੇ, ਆਈਡੀਆ ਉਸ ਸ਼ਖਸੀਅਤ ਉਹਦੇ ਕੇਂਦਰਿਤ ਹੋ ਜਾਏਗਾ, ਕੇਂਦਰਿਤ। ਜਿਵੇਂ ਸਾਡੇ ਵੀ ਹੈ ਇਹ ਕਿਸਾਨ ਅੰਦੋਲਨ ਹੈ, ਕੀ ਸਾਡੇ ਲੀਡਰਾਂ ਦਾ ਕੱਦ ਐਡਾ ਵੱਡਾ ਸੀ ਕਿ ਉਹ ਲੀਡ ਕਰ ਸਕਦੇ ਸੀ ਕਿਸਾਨ ਅੰਦੋਲਨ ਨੂੰ? ਸੋਚ ਵੀ ਸਕਦੇ। ਤੇ ਜੇ ਸਾਰਿਆਂ ਨੇ ਉਹਨੂੰ ਹੋਣ ਦੀ ਲੜਾਈ ਬਣਾ ਕੇ ਨਾ ਲੜਿਆ ਹੁੰਦਾ ਤਾਂ ਲੀਡਰ ਵੀ ਗਲਤੀ ਕਰ ਜਾਂਦੇ, ਜਲਦੀ ਸਮਝੌਤਾ ਵੀ ਹੋ ਜਾਂਦਾ, ਬਾਕੀ ਚੀਜ਼ਾਂ ਕਰਕੇ ਆ ਜਾਣਾ ਸੀ। ਲੀਡਰਾਂ ਨੇ 150 ਗਲਤੀਆਂ ਕੀਤੀਆਂ ਹੋਣਗੀਆਂ, ਬੜੀਆਂ ਸ਼ਾਮ ਨੂੰ ਠੀਕ ਹੁੰਦੀਆਂ ਰਹੀਆਂ, ਜਿਹੜੀਆਂ ਰੋਜ਼ ਠੀਕ ਹੋ ਪ੍ਰੈਸ਼ਰ। ਇਹਦੇ ਨਾਲ ਰਾਜਨੀਤੀ ਦਾ ਮੇਰਾ ਸਵਾਲ ਰਾਜਨੀਤੀ ਤੇ ਕਿ ਜਿਸ ਦੌਰ ਦੇ ਵਿੱਚ ਇੱਕ ਸ਼ਬਦ ਵਰਤਿਆ ਨਾ, ਇਮੇਜ ਮੈਨੇਜਮੈਂਟ, ਉਹ ਹੁਣ ਇਮੇਜ ਮੈਨੇਜਮੈਂਟ ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਕਿੱਦਾਂ ਦੀ ਸਮਾਈਲ ਹੁੰਦੀ ਹੈ ਕਿਸੇ ਲੀਡਰ ਦੀ, ਉਹਦੀ ਬਾਡੀ ਲੈਂਗੁਏਜ, ਉਹਦੇ ਕੱਪੜੇ, ਉਹ ਜਿਹੜਾ ਉਹ ਨਿਸ਼ਾਨ ਕਿੱਥੇ ਲਾਇਆ ਜਾਵੇ, ਉਹਨਾਂ ਦਾ ਚੋਣ ਨਿਸ਼ਾਨੀ,
ਇੰਨੀ ਇਮੇਜਮੈਂਟ ਜਦੋਂ ਕਿ ਸੋਸ਼ਲ ਮੀਡੀਆ ਸਾਰਾ ਇਸੇ ਮੈਨੇਜਮੈਂਟ ਦਾ ਹੀ ਹਿੱਸਾ, ਫਿਰ ਤਵੱਕੋ ਰੱਖੀਏ ਇਹ ਤੇ ਹੋਰ ਦੁੱਬਰ ਗੱਲ ਹੋਣ ਦੇ ਉਮੀਦ ਨੇ। ਤੁਸੀਂ ਕਲੈਕਟਿਵਲੀ ਕਰਦੇ ਹੋ ਉਸ ਵੇਲੇ ਸਾਰੀਆਂ ਚੀਜ਼ਾਂ ਵੀ ਆ ਜਾਂਦੀਆਂ। ਸਾਰਾ ਨੈਸ਼ਨਲ ਮੀਡੀਆ ਰੈਪਿਡਲੀ ਕਿਸਾਨ ਅੰਦੋਲਨ ਦੇ ਅਗੇਂਸਟ ਸੀ। ਉਹਨਾਂ ਕੋਲ ਜਿੰਨੇ ਹਥਿਆਰ ਸੀ, ਕਿਸਾਨਾਂ ਨੇ ਮਜ਼ਦੂਰਾਂ ਨੇ ਇਹ ਨਹੀਂ ਕਿਹਾ ਵੀ ਇਹ ਸਾਡੇ ਹਥਿਆਰ ਨਹੀਂ, ਸਾਥੋਂ ਨਹੀਂ ਹੋਣਾ। ਉਹਨਾਂ ਨੇ ਕਿਹਾ ਸਿੱਖੋ, ਇਹ ਵੀ ਸਿੱਖੋ। ਉਹਨਾਂ ਨੇ ਕਿਹਾ ਟਰੈਕਟਰ ਟੂ ਪੀਸੀ, ਟਰੈਕਟਰ ਟੂ ਟਵਿੱਟਰ, ਹੈ ਨਾ, ਇਹ ਵੀ ਚਲਾ ਲਿਆ। ਉਹਨਾਂ ਨੇ ਟਰਾਲੀ ਟਾਈਮਸ ਵੀ ਕੱਢ ਲਿਆ। ਉਹਨਾਂ ਨੇ ਬਕਾਇਦਾ ਯੂਟਿਊਬਰ ਆਪਣੇ ਖੜੇ ਕਰ ਲਏ। ਉਹ ਹਰ ਰੋਜ਼ ਆਪਣਾ ਇੱਕ ਸਿਸਟਮ ਬਣਾ ਲਿਆ। ਜਿੰਨੇ ਹਥਿਆਰ ਸਾਹਮਣੇ ਉਹ ਦੁਸ਼ਮਣ ਲਿਆ ਰਿਹਾ ਸੀ, ਉਹਦੇ ਬਰਾਬਰ ਦੇ ਹਥਿਆਰ ਉਹਨਾਂ ਨੇ ਬਣਾ ਕੇ ਇਸਤੇਮਾਲ ਕੀਤੇ। ਮਤਲਬ ਉਹ ਕਮਸਾਨ ਦੇ ਯੁੱਧ ਦੇ ਵਿੱਚ ਉਹਨਾਂ ਨੇ ਹਰਾ ਕੇ ਦਿਖਾ ਦਿੱਤਾ। ਉਹ ਸਿਰਫ ਤੇ ਸਿਰਫ ਕਲੈਕਟਿਵ ਲੀਡਰਸ਼ਿਪ ਕਰ ਲਈ। ਜੇ ਕਲੈਕਟਿਵ ਨਾ ਹੁੰਦੀ, ਜੇ ਇੱਕ ਸਿੰਗਲ ਲੀਡਰ ਹੁੰਦਾ, ਇਹ ਪੋਸੀਬਲ ਹੀ ਨਹੀਂ। ਹੁਣ ਮੇਰਾ ਸਵਾਲ, ਅਗਲਾ ਸਵਾਲ ਨਾਲ ਹੀ ਸਵਾਲ ਮੈਂ ਇਹਦੇ ਨਾਲ ਐਡੀਸ਼ਨ ਕਰ, ਕੱਲ ਦੀ ਇਲੈਕਸ਼ਨਾਂ ਦੇ ਰਿਜ਼ਲਟ ਦਾ ਸਵਾਲ ਮੈਂ ਭੁੱਲ ਜਾਊਂਗਾ ਵੀ ਇੱਕ ਖਬਰ ਇਹ ਸੀ ਕਿ ਕਾਂਗਰਸ ਨੇ ਕੋਈ ਵੱਡਾ ਰੌਲਾ ਨਹੀਂ ਪਾਇਆ ਹਿਮਾਚਲ ਦੇ ਵਿੱਚ, ਠੀਕ ਠਾਕ ਸਿੰਪਲੀ, ਕਿਉਂਕਿ ਦੂਸਰੇ ਪਾਸੇ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ। ਕਿਆ ਜਿਹੜੀ ਗੱਲ ਭਾਜੀ ਐਸਪੀ ਹੋਰਾਂ ਨੇ ਹੁਣੇ ਕੀਤੀ ਹੈ ਵੀ ਉਹ ਕਲੈਕਟਿਵ ਜੀ ਸ਼ਾਂਤ ਜੀ ਮੂਵਮੈਂਟ ਆ, ਉਹਦੇ ਵਿੱਚੋਂ ਇਹ ਸਿਮਟਮ ਕਾਂਗਰਸ ਨੇ ਇੱਥੇ ਸਟ੍ਰੈਟਜੀ ਅਪਣਾਈ ਇਹ ਕਿ ਮੋਦੀ ਵਰਸਸ ਰਾਹੁਲ ਨਾ ਬਣ ਦਿੱਤਾ, ਚਾਹੇ ਉਹ ਗੁਜਰਾਤ ਸੀ ਚਾਹੇ ਉਹ ਇੱਥੇ ਸੀ। ਉਹ ਉੱਥੇ ਇਹਦਾ ਮਤਲਬ ਦੋਵੇਂ ਲੀਡਰ ਦੀ ਸ਼ਖਸੀ ਉਹ ਮਾਈਨਸ ਹੋਈ। ਸਾਡੇ ਕੰਟਰੀ ਦੀ ਜੇ ਗੱਲ ਕਹੀਏ, ਇਹ ਕਾਮਯਾਬੀ ਉਹ ਤਾਂ ਹੁੰਦੀ ਸੀ ਕਿ ਸਟੇਟਾਂ ਦੇ ਵੀ ਲੀਡਰ ਆਪਣੇ ਲੈਵਲ ਦੇ ਆਪਣੀ ਭੁਗਤ ਜੋਗੇ ਹੁੰਦੇ ਸੀ। ਔਰ ਕਾਂਗਰਸ ਵੀ ਤਾਂ ਇੰਦਰਾ ਗਾਂਧੀ ਤੋਂ ਬਾਅਦ ਮਰਨੀ ਸਟਾਰਟ ਹੋਈ ਹੈ ਜਦੋਂ ਸਟੇਟ ਲੀਡਰਸ਼ਿਪ ਮਾਰਦੀ। ਹੁਣ ਬੀਜੇਪੀ ਉਹੀ ਗਲਤੀ ਕਰ ਰਹੀ ਹੈ ਦਿਨ ਪ੍ਰਤੀ ਦਿਨ ਮੋਦੀ ਵਾਲੇ ਉਸ ਮਾਮਲੇ 'ਚ। ਜੇਕਰ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਵੈਸੇ ਗੱਲ ਕਰੀਏ ਓਵਰਆਲ, ਤੇ ਤੁਸੀਂ ਦੇਖੋ ਜੇ ਇਮੇਜ ਮੈਨੇਜਮੈਂਟ ਹੈ, ਸਭ ਤੋਂ ਜ਼ਿਆਦਾ ਪੈਸਾ ਇਮੇਜ ਮੈਨੇਜਮੈਂਟ ਤੇ ਅਮਰਿੰਦਰ ਸਿੰਘ ਤੇ ਵੀ ਲੱਗਿਆ, ਸੁਖਬੀਰ ਬਾਦਲ ਤੇ ਵੀ ਲੱਗਿਆ, ਉਹ ਕਹਿਣ ਲੱਗੇ ਸੀ ਜਦੋਂ ਦੁਬਾਰਾ ਆਇਆ ਵੀ ਆਹ ਚੀਜ਼ਾਂ ਨੇ ਚੰਨੀ ਤੇ ਇਹ ਕਿੰਨੇ ਮੈਨੇਜਮੈਂਟ ਨੇ। ਇਸ ਲਈ ਜੇ ਬਾਕੀ ਦੇ ਚ ਕੱਲੀ ਮੈਨੇਜਮੈਂਟ ਨਹੀਂ ਕੰਮ ਕਰਦੀ, ਕੁਝ ਨਾਲ ਕਰਨਾ ਵੀ ਪੈਂਦਾ। ਹੋਰ ਚੀਜ਼ਾਂ ਜਿਹੜੇ ਲੋਕਾਂ ਦੇ ਸਦਰਾਂ ਨੇ ਜਾਂ ਹੋਰ ਉਹ ਕੀ ਕੀਤਾ, ਕੋਈ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ ਥੋੜੀ ਪੰਜਾਬੀਆਂ ਨੇ ਵੋਟ ਦਿੱਤੀ, ਕਿਉਂਕਿ ਉਹਨਾਂ ਤੋਂ ਨਾਰਾਜ਼ਗੀ ਹੈ ਦੋਨੇ ਬਾਕੀ ਧਿਰਾਂ ਤੋਂ ਜਿਹੜੀਆਂ ਬਾਕੀ ਚੀਜ਼ਾਂ ਨੇ। ਔਰ ਜਿੰਨੇ ਮਰਜ਼ੀ ਬੰਦੇ ਤੁਸੀਂ ਪਿੰਡ 'ਚ ਜਾ ਕੇ ਪੁੱਛੋ, ਉਹ ਕਹਿੰਦੇ ਕਿਉਂ ਨਹੀਂ ਅਕਾਲੀ ਦਲ ਨੂੰ ਵੋਟ ਪਾਉਂਦੇ, ਕਹਿੰਦੇ ਹੋਣਾ ਤਾਂ ਚਾਹੀਦਾ, ਰਹਿਣਾ ਚਾਹੀਦਾ, ਮੁੜ ਕੇ ਦੁਬਾਰਾ ਹੋਵੇ, ਪਰ ਇਹ ਉਹਨਾਂ ਚਿਰ ਨਹੀਂ ਜਿੰਨਾ ਚਿਰ ਬਦਲਦਾ ਨਹੀਂ ਨਾ, ਉਹਨਾਂ ਚਿਰ ਅਸੀਂ ਇਹਦੇ ਨਾਲ ਨਹੀਂ ਜਾ ਸਕਦੇ। ਇਹ ਇੱਕ ਲੋਕਾਂ ਦੇ ਮਨ ਦੀ ਸੱਧਰ ਹੈ, ਇਹ ਚੀਜ਼ਾਂ ਬਦਲ। ਇਹ ਹਲਕੀ ਜੀ ਆਵਾਜ਼ ਮੀਡੀਆ ਪ੍ਰਤੀ ਵੀ ਦਿਖ ਰਹੀ ਹੈ ਲੋਕਾਂ ਦੀ। ਹਾਂ, ਬਹੁਤ ਸਟਰੋਂਗ ਆਵਾਜ਼ ਹੈ ਲੋਕਾਂ ਦੀ। ਉਹ ਕਹਿੰਦੇ ਨੇ ਅਸੀਂ ਨਹੀਂ ਦੇਖਣਾ, ਅਸੀਂ ਟੀਵੀ ਬੰਦ ਕਰ, ਬਾਕੀ ਉਹ ਹੁੰਦਾ ਕਰਦੇ ਆ। ਇਹ ਲੋਕੀ ਨਿਗੇਟ ਕਰ ਰਹੇ ਨੇ। ਦੇਖੋ, ਜੇ ਮੀਡੀਆ ਮੈਨੇਜਮੈਂਟ ਦੇ ਨਾਲ ਇਲੈਕਸ਼ਨਾਂ ਜਿੱਤੀਆਂ ਜਾ ਸਕਦੀਆਂ ਹੁੰਦੀਆਂ ਤੇ ਇਸ ਦੇਸ਼ ਦੇ ਵਿੱਚ ਚੰਦਰ ਬਾਬੂ ਨਾਇਡੂ ਨਹੀਂ ਸੀ ਕਦੀ ਹਾਰ ਸਕਦਾ। ਤੇ ਪੂਰੇ ਦੇਸ਼ ਦੇ ਵਿੱਚ ਇੱਕ ਇਮੇਜ ਸੀ ਵੀ ਭਾਈ ਮਾਡਰਨਿਟੀ ਦਾ ਪ੍ਰਤੀਕ, ਦੇਸ਼ ਦੇ ਵਿੱਚ ਸਿਲੀਕਨ ਵੈਲੀ ਲਿਆਉਣ ਵਾਲਾ, ਆਈਟੀ ਸੈਕਟਰ ਨੂੰ ਖੜਾ ਕਰਨ ਵਾਲਾ ਕੋਈ ਆ ਗਿਆ ਸੀ। ਜੇ ਦੇਸ਼ ਦੇ ਵਿੱਚ ਪੈਸੇ ਨਾਲ ਚੋਣਾਂ ਜਿੱਤੀਆਂ ਜਾ ਸਕਦੀਆਂ ਹੁੰਦੀਆਂ ਸਿਰਫ, ਤਾਂ ਤੁਸੀਂ ਸਾਰੀ ਉਮਰ ਸ਼ਰਦ ਪਵਾਰ ਨੂੰ ਨਹੀਂ ਸੀ ਹਰਾ ਸਕਦੇ, ਜਿਹੜੇ ਬੰਦੇ ਦੇ ਥੱਲੇ ਸਾਰੀ ਹਿੰਦੁਸਤਾਨ ਦੀ ਸ਼ੂਗਰ ਲੌਬੀ ਦਾ ਕਿੰਗ ਉਹ ਬਣਿਆ ਹੋਇਆ ਸੀਗਾ। ਅੱਜ ਦੀ ਦੇਸ਼ ਦੇ ਵਿੱਚ ਉਹ ਉਹਨਾਂ ਰਾਜਾਂ ਦੇ ਵਿੱਚ, ਉਸ ਸਿਆਸਤ ਦੇ ਵਿੱਚ ਉਹ ਮਾਈਨਰ ਪਲੇਅਰ ਬਣਦੇ ਜਾ ਰਹੇ ਨੇ। ਇਵੈਂਚੁਅਲੀ ਪਾਰਟੀਜ਼ ਸਟਰੋਂਗ ਲੀਡਰ ਕਰਕੇ ਬਹੁਤ ਸਟਰੋਂਗਲੀ ਕਾਬਜ਼ ਤਾਂ ਹੋ ਜਾਂਦੀਆਂ ਨੇ, ਪਰ ਉਹ ਆਪਣਾ ਫਿਊਚਰ ਤਬਾਹ ਕਰ ਬੈਠਦੀਆਂ ਨੇ। ਇਹ ਚੀਜ਼ਾਂ ਕਾਂਗਰਸ ਨੇ ਦੇਖਿਆ, ਇੰਨਾ ਸਟਰੋਂਗ ਪੀਐਮਓ ਬਣਾ ਕੇ ਅੱਜ ਕਾਂਗਰਸ ਕਿੱਥੇ। ਬੀਜੇਪੀ ਵੀ ਉਹੀ ਗਲਤੀਆਂ ਤੇ ਇਸ ਨੂੰ ਦੇਖੇਗੀ। ਇੱਕ ਆਈ ਥਿੰਕ ਇੱਕ 골ਡਨ ਮੀਨ ਕਿਤੇ ਨਾ ਕਿਤੇ ਹੁੰਦਾ। ਕਾਂਗਰਸ ਨੇ ਰਾਜਾਂ ਦੇ ਵਿੱਚ ਲੀਡਰਾਂ ਨੂੰ ਨਹੀਂ ਉਭਰਨ ਦਿੱਤਾ ਤੇ ਕਾਂਗਰਸ ਮਾਰੀ ਗਈ। ਭਾਜਪਾ ਜੇ ਹੁਣ ਅਜਿਹਾ ਹੀ ਕਰੇਗੀ ਇਸ ਵੇਲੇ ਗੁਜਰਾਤ ਦੀ ਇਲੈਕਸ਼ਨ ਦੇ ਵਿੱਚ, ਇਹ ਕੋਈ ਕ੍ਰੈਡਿਟ ਨਹੀਂ ਹੈ ਕਿ ਭਾਈ ਨਰਿੰਦਰ ਭਾਈ ਨੂੰ ਵੋਟਾਂ ਪਾਓ ਤੇ ਭੁਪਿੰਦਰ ਭਾਈ ਨੂੰ ਭੁੱਲ ਜਾਓ, ਹੈ ਨਾ। ਤੇ ਜੇ ਤੁਸੀਂ, ਇਹਦਾ ਮਤਲਬ ਹੁਣ ਹਰ ਸਟੇਟ ਦਾ ਚੀਫ ਮਿਨਿਸਟਰ ਨਰਿੰਦਰ ਮੋਦੀ ਨੇ। ਆਹਿਸਤਾ ਜਿਸ ਵੇਲੇ ਰੀਜਨਲ ਐਸਪੀਰੇਸ਼ਨਸ ਵਾਲੀਆਂ ਗੱਲਾਂ ਸਾਹਮਣੇ ਆਣਗੀਆਂ ਤਾਂ ਉਹ ਫਾਲਟ ਲਾਈਨ ਸਾਹਮਣੇ ਆਣਗੀਆਂ। ਕੀ ਹੁਣ ਕਰਨਾਟਕਾ ਦੇ ਬਾਰਡਰ ਦੇ ਉੱਤੇ ਫਾਲਟ ਲਾਈਨ ਨਹੀਂ ਦਿਖਾਈ ਦੇ ਰਹੀਆਂ ਜਿਹੜੀਆਂ ਇੱਕ ਦੂਜੇ ਦੇ ਕਰਨਾਟਕਾ ਦੇ ਬਾਰਡਰ ਤੇ ਦਿਖਾਈ ਦਿੰਦੀਆਂ ਨੇ, ਤਾਮਿਲਨਾਡੂ 'ਚ ਦਿਖਾਈ ਦਿੰਦੀਆਂ ਨੇ, ਹਿੰਦੂ ਨੂੰ ਲੈ ਕੇ ਜਿੰਨੀਆਂ ਮਰਜ਼ੀ ਜੋ ਹਿੰਦੀ ਲੈਂਗੁਏਜ ਨੂੰ ਲੈ ਕੇ ਹੋ ਰਹੀਆਂ ਨੇ। ਪੰਜਾਬ ਵੀ ਡਿਮਾਂਡ ਇਹੀ ਕਰ ਰਿਹਾ ਕਿ ਕੋਈ ਇਹੋ ਜਿਹਾ ਏਜੰਡਾ ਲੈ ਕੇ ਆਏ ਜਿਹੜਾ ਰੀਜਨਲਿਜ਼ਮ ਨੂੰ ਥੋੜਾ ਜਿਹਾ ਹੋਵੇ। ਅਨੰਦਪੁਰ ਦੇ ਮੱਤੇ ਤੋਂ ਅਕਾਲੀ ਦਲ ਤਿੜਕ ਗਿਆ, ਸਰੈਂਡਰ ਕੀਤਾ, ਤੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਲੱਗਿਆ ਵੀ ਇਹਦਾ ਮਤਲਬ ਤੁਸੀਂ ਕੁਝ ਨਹੀਂ ਕਰ ਰਹੇ। ਕੀ ਅਸੀਂ ਇਹਨੂੰ, ਕਿਉਂਕਿ ਲੰਮੀ ਬਹਿਸ ਤਾਂ ਹੈ ਹੀ ਹੈ ਇਹ ਬਹਿਸ। ਮੈਨੂੰ ਇਸ ਨੋਟ ਤੇ ਬੜੀ ਉਮੀਦ ਇੱਕ ਨਜ਼ਰ ਆਉਂਦੀ ਹੈ, ਕਿਉਂਕਿ ਮੈਂ ਬੱਚਿਆਂ ਨੂੰ ਪੜ੍ਹਾਉਣਾ, ਮੈਨੂੰ ਇੱਕ ਨੋਟ ਤਾਂ ਬੱਚਿਆਂ ਨੂੰ ਦੇਣਾ ਹੀ ਪੈਣਾ ਨਾ ਕਿਤੇ ਨਾ, ਕਿ ਇਹ ਸਾਰੀ ਤੁਸੀਂ ਦੱਸਿਆ ਵੀ ਬੀਜੇਪੀ ਐਂਡ ਅਦਰ ਚੋਂ ਇੱਕ ਚੀਜ਼ ਆਵਾਮ ਚੋਂ ਨਿਕਲਣੀ ਹੁੰਦੀ ਹੈ, ਲੋਕਾਂ ਚੋਂ ਨਿਕਲਦੀ ਹੈ। ਮੈਨੂੰ ਇਹ ਗੱਲ ਸੋਹਣੀ ਲੱਗੀ ਹੈ ਮੈਨੂੰ
ਪੋਜ਼ਿਟਿਵ ਉਹਦੇ ਚ ਮੀਰ ਸਾਹਿਬ ਦਾ ਹਾਂ। ਸ਼ੇਅਰ ਹੈ ਨਾ, ਗੁਫ਼ਤਗੂ ਮੇਰੀ ਆਵਾਮ ਸੇ ਹੈ। ਇਹਨਾਂ ਪ੍ਰੋਬਲਮ ਇਹਨਾਂ ਪਾਰਟੀਆਂ ਦੀ ਇਹ ਵੀ ਗੁਫ਼ਤਗੂ ਆਵਾਮ ਨਾਲ ਨਹੀਂ ਹੈਗੀ ਨਾ, ਗੁਫ਼ਤਗੂ ਨੇਤਾ ਤੇ ਹਾਲਾਂਕਿ ਇੱਕ ਗੱਲ ਠੀਕ ਹੈ, ਥੋੜਾ ਜਿਹਾ ਬੈਲੈਂਸ ਹੈ ਇਹਨਾਂ ਵੀ, ਲੀਡਰ ਦੀ ਲੋੜ ਹਮੇਸ਼ਾ ਹੁੰਦੀ ਹੈ ਪਰ ਡਿਕਟੇਟਰ ਰੂਪ ਦਾ ਲੀਡਰ ਦੀ ਲੋੜ ਨਹੀਂ, ਸਾਡੇ ਲੀਡਰ ਦੀ ਲੋੜ ਹੁੰਦੀ ਹੈ ਜਿਹੜਾ ਲੀਡਰ ਹੁੰਦਾ ਹੈ, ਕਪੈਸਿਟੀ ਪਰ ਹੁੰਦੀ ਹੈ, ਜਦੋਂ ਅਸੀਂ- ਸਮਰੱਥਾ ਹੁੰਦੀ ਹੈ, ਪਰ ਉਹ ਜਵਾਬਦੇਹ ਹੁੰਦਾ ਹੈ ਆਪਣੇ ਆਵਾਮ ਪ੍ਰਤੀ, ਆਪਣੇ ਸਵਾਰਥ ਲਈ ਨਹੀਂ, ਸਗੋਂ ਪਰ ਲੀਡਰ ਜ਼ਿਆਦਾ ਡਿਕਟੇਟਰ ਤੋਂ ਵੀ ਇੱਕ ਹੋਰ ਖਤਰਨਾਕ ਹੈ ਜਦੋਂ ਅਸੀਂ ਉਸ ਨੂੰ ਇੱਕ ਮੱਠ ਆਦੇਸ਼ ਬਣਾ ਦਿੰਨੇ ਆ, ਅਸੀਂ ਉਸ ਨੂੰ ਉਹੀ ਪੂਜਾ ਉਹਦੀ ਮਤਲਬ ਸ਼ੁਰੂ ਉਹ ਹੈ ਕਰਦੇ ਜੇ ਰੂਪ ਹੈ ਇੱਕ ਐਕਸੈਪਟੇਬਿਲਿਟੀ ਬਣ ਜਾਂਦੀ ਹੈ ਨਾ ਡਿਕਟੇਟਰ ਦਾ ਮਤਲਬ। ਜਦੋਂ ਤੁਹਾਡੀ ਇੱਕ ਬੜੀ ਸੋਹਣੀ ਗੱਲ ਹੈ ਵੀ ਲੋਕ ਬਹੁਤ ਵਾਰੀ ਸਵੈ ਮੁਤਾਸਰ ਹੋਣਾ ਜਦੋਂ ਸ਼ੁਰੂ ਕਰ ਦਿੰਦੇ ਨੇ ਆਪਦੀਆਂ, ਯੂ ਸਟਾਰਟ ਬਿਲੀਵਿੰਗ ਇਨ ਯੋਰ ਲਾਈਫ, ਇਹ ਤਾਂ ਹੈ ਹੀ ਹੈ। ਬਿਲਕੁਲ ਲੋਕ ਏਜੰਡੇ ਤੇ ਆਪਣੇ ਵਿਚਾਰਾਂ ਤੇ ਜਿਵੇਂ ਜਿਵੇਂ ਉਹਨਾਂ ਦੀਆਂ ਸਮੱਸਿਆਵਾਂ ਨੇ ਜੇ ਹੱਲ ਨਹੀਂ ਹੁੰਦੀਆਂ ਤਾਂ ਆਪਣੇ ਚੋਂ ਕੋਈ ਲੱਭਦੇ ਹੀ ਨੇ ਨਾ, ਲੀਡਰ ਪਹਿਲਾਂ ਵੀ ਲੱਭਦੇ ਰਹੇ, ਮਾਸਜ ਦੀਆਂ ਮੂਵਮੈਂਟਾਂ ਵੀ ਹੁੰਦੀਆਂ ਰਹੀਆਂ, ਅੱਗੇ ਨੂੰ ਵੀ ਹੁੰਦੀਆਂ ਰਹਿਣਗੀਆਂ, ਮੇਰਾ ਖਿਆਲ ਹੈ ਇਹ ਸਾਰਾ ਸਿਸਟਮ ਹੋ ਸਕਦਾ। ਨਹੀਂ ਹੈਗੇ ਜੇ ਆਲੇ ਦੁਆਲੇ ਤੁਸੀਂ ਨਜ਼ਰ ਮਾਰੋ, ਭਾਵੇਂ ਉਧਰੋਂ ਟਰੰਪ ਤੋਂ ਲੈ ਕੇ ਪੁਤਿਨ ਤੋਂ ਲੈ ਕੇ, ਮੈਨੂੰ ਤਾਂ ਐਂ ਲੱਗਦਾ ਹੈ 10 ਸਾਲ ਹੋਰ ਬੀਤਣ ਦੋ ਤੇ ਯੂਕਰੇਨ ਵਾਲੀ ਖਤਮ ਹੋ ਜਾਏ ਤੇ ਜ਼ੈਲੈਂਸਕੀ ਵੀ ਕੋਈ ਸਟਰੋਂਗ ਮੈਨ ਵਾਂਗੂ ਨਾ ਆਊਗਾ। ਇਹ ਸੰਭਵ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਡੈਮੋਕ੍ਰੈਟਿਕ ਮਤਲਬ ਉਹਦੇ ਆਇਓਟਾ ਤੇ ਸਾਨੂੰ ਅਜੇ ਵੀ ਨਹੀਂ ਦਿਖਾਈ ਦੇ ਰਿਹਾ। ਇਹ ਸਟਰੋਂਗ ਲੀਡਰ ਵਾਲੀ ਸਾਰੇ ਪਾਸੇ ਆ। ਚਾਈਨਾ ਨੇ ਤਾਂ ਹੁਣ ਇਹਦੇ ਤੇ ਮੋਹਰ ਲਾ ਦਿੱਤੀ ਹੈ ਨਾ ਕਿ ਬੋਲਸ਼ਵਿਕ ਰੈਵੋਲੂਸ਼ਨ ਵਰਗੇ ਰੈਵੋਲੂਸ਼ਨਸ ਦੇ ਵਿੱਚੋਂ ਨਿਕਲ ਕੇ ਵੀ ਤੁਸੀਂ ਹਮੇਸ਼ਾ ਲਈ ਕਾਬਜ਼ ਹੋ ਜਾਏਗਾ ਇੱਕ ਲੀਡਰ। ਜੀ ਜਿਨਪਿੰਗ ਜਿਸ ਤਰੀਕੇ ਨਾਲ ਚਲਾ ਰਿਹਾ ਹੈ, ਇਹਦਾ ਮਤਲਬ ਇਹ ਬੁਰਾਈਆਂ ਤੇ ਸਾਰਿਆਂ ਦੇ ਵਿੱਚ ਕਾਮਨ ਆ ਰਹੀਆਂ ਨੇ। ਚਲ ਇਹਦੇ ਤੇ ਮੇਰਾ ਖਿਆਲ ਹੈ ਕਿ ਆਪਾਂ ਚਰਚਾ ਫਿਰ ਵੀ ਕੰਟੀਨਿਊ ਕਰਾਂਗੇ, ਲਗਾਤਾਰ ਜਾਰੀ ਰਹੂ ਕਿਸੇ ਨਾ ਕਿਸੇ ਸਮੇਂ ਦੇ ਵਿੱਚ, ਤੇ ਲੋਕ ਅੱਜ ਇਹਨੂੰ ਕਿਸੇ ਨਾ ਕਿਸੇ ਰੂਪ ਚ ਵਿਰਾਮ ਦਿੰਦੇ ਆਈਡੀਆ ਤੇ ਚੱਲਦੇ ਨੇ ਕਿ ਸਾਡੇ ਘਰ ਵੀ ਹੁਣ ਜੋ ਬਾਬਾ ਜੀ ਇਹ ਕਹਿੰਦੇ ਨੇ ਤੇ ਵੱਡੇ ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰਨਗੇ, ਸੋਚਣਗੇ, ਸੱਥਾਂ 'ਚ ਬੈਠ ਕੇ ਗੱਲ ਹੋਏਗੀ।